ਆਰੰਭ ਕਰੀਏ ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਕਿਉ ਬਾਧਿਓ ਕਿਉ ਮੁਕਤੀ ਪਾਵੈ, ਕਿਉ ਅਬਨਾਸ਼ੀ ਸਹਿਜ ਸਮਾਵੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰਿ ਨਾਮ ਨਰ ਹਰਿ ਨੇ ਕਾਮ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰਿ ਨਾਮ ਨਰ ਹਰਿ ਨੇ ਕਾਮ। ਰਾਮ ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਪਾਂ ਪਿਛਲੇ ਦਿਨੀ ਵੀ ਸਰਵਣ ਕਰ ਰਹੇ ਸੀ। ਅੱਧਾ ਕੁ ਸ਼ਬਦ ਬਾਕੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਸੰਗਤਾਂ ਨੇ ਕੁਝ ਬੇਨਤੀਆਂ, ਕੁਝ ਪ੍ਰਸ਼ਨ ਕੀਤੇ। ਮਹਾਰਾਜ ਸਾਨੂੰ ਇਹਨਾਂ ਦੇ ਬਾਰੇ ਨਿਰਣਾ ਕਰਕੇ ਦੱਸੋ। ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਲਗਭਗ 6-7 ਸਵਾਲਾਂ ਦਾ ਜਵਾਬ ਆਪਣੇ ਪਵਿੱਤਰ ਬਚਨਾਂ ਰਾਹੀਂ ਦੇਣਾ ਕੀਤਾ ਹੈ। ਆਓ ਸਰਵਣ ਕਰੀਏ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਹਨ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਇਹ ਸ਼ੁਰੂ ਤੋਂ ਹੀ ਸੰਸਾਰ ਦਾ ਸਵਾਲ ਹੈ ਵੀ ਜਿਹੜਾ ਜੀਵ ਹੈ, ਜਿਹੜਾ ਸਾਡੇ ਵਿੱਚ ਬੋਲਦਾ ਹੈ, ਇਹ ਕਿੱਥੋਂ ਆਉਂਦਾ ਹੈ ਅਤੇ ਜਦੋਂ ਸਰੀਰ 'ਚੋਂ ਨਿਕਲ ਜਾਂਦਾ ਅਤੇ ਕਿੱਥੇ ਜਾਂਦਾ। ਪੁਰਾਣੇ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਮੰਨਿਆ ਵੀ ਇਹ ਸਵਰਗਾਂ ਨੂੰ ਜਾਂਦਾ, ਨਰਕਾਂ ਨੂੰ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਦਸਾਂ ਗੁਰੂਆਂ ਨੇ ਇਸ ਵਿਸ਼ੇ 'ਤੇ ਬਹੁਤ ਕਲੀਅਰ ਕੀਤਾ ਵੀ ਕਿੱਥੇ ਕਿਉਂ ਜਾਂਦਾ ਅਤੇ ਕਿੱਥੋਂ ਆਇਆ। ਭਗਤ ਪੀਪਾ ਜੀ ਵੀ ਕਹਿੰਦੇ ਹਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਪੀਪਾ ਜੀ ਨੇ ਵੀ ਸਾਹਮਣੇ ਸਵਾਲ ਖੜਾ ਹੋਇਆ ਵੀ ਇਹ ਜੀਵ ਕਿੱਥੇ ਰਹਿੰਦਾ, ਕਿੱਥੋਂ ਆਉਂਦਾ, ਕਿੱਥੇ ਜਾਂਦਾ ਹੈ। ਉਹਨਾਂ ਨੇ ਖੋਜ ਕੀਤੀ ਅਤੇ ਉਹਨਾਂ ਨੂੰ ਇਹ ਸਾਰਾ ਕੁਝ ਆਪਣੇ ਸਰੀਰ ਵਿੱਚੋਂ ਹੀ ਦਿਖਾਈ ਦਿੱਤਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਹ ਬਚਨ ਸਾਂਝੇ ਕੀਤੇ ਸੰਗਤਾਂ ਨੇ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਿੱਖੋ ਇਹ ਜਿਹੜੇ ਤੁਸੀਂ ਸਾਨੂੰ ਪ੍ਰਸ਼ਨ ਕੀਤੇ ਹਨ, ਜਾਤੋ ਜਾਏ, ਕਿੱਥੇ ਜਾਂਦਾ ਹੈ ਸਰੀਰ ਨੂੰ ਛੱਡ ਕੇ, ਸਾਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ। ਕਈ ਵਾਰੀ ਸਾਡੇ ਹੱਥਾਂ 'ਚ ਹੀ ਮਰੀਜ਼ ਹੁੰਦਾ ਹੈ, ਸਾਡਾ ਕੋਈ ਮੈਂਬਰ ਹੁੰਦਾ ਹੈ ਅਤੇ ਕੋਲ ਬੈਠਿਆਂ ਬੈਠਿਆਂ ਸਾਡੇ ਹੱਥਾਂ ਦੇ ਵਿੱਚ ਹੀ ਉਹ ਇੱਕਦਮ ਬੋਲਣਾ ਬੰਦ ਕਰ ਦਿੰਦਾ, ਸਵਾਸ ਰੁਕ ਜਾਂਦੇ ਹੈ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵਿੱਚੋਂ ਨਿਕਲਿਆ ਕੀ ਹੈ। ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਜਾਣਨ ਦੀ, ਸਾਇੰਸਦਾਨਾਂ ਨੇ, ਵੀ ਪਤਾ ਲੱਗੇ ਵੀ ਨਿਕਲਦਾ ਕੀ ਹੈ ਅਤੇ ਕਿਵੇਂ ਜਾਂਦਾ, ਕਿਹੋ ਜਿਹਾ ਸਰੂਪ ਹੈ ਉਸ ਦਾ। ਸ਼ੀਸ਼ੇ ਦਾ ਇੱਕ ਬਕਸਾ ਬਣਾਇਆ,
ਜਿਹੜਾ ਮਨੁੱਖ ਆਖਰੀ ਸਵਾਸਾਂ 'ਤੇ ਸੀ, ਕੋਈ ਬਜ਼ੁਰਗ ਵੀ ਬਸ ਥੋੜ੍ਹੇ ਸਮੇਂ ਬਾਅਦ ਹੀ ਇਹਦਾ ਸਮਾਪਤੀ ਆ, ਸਰੀਰ ਤਿਆਗ ਦੇਣਾ, ਉਹਨਾਂ ਨੇ ਉਸ ਸਰੀਰ ਨੂੰ ਉਸ ਬਕਸੇ ਵਿੱਚ ਰੱਖ ਦਿੱਤਾ ਅਤੇ 4 ਛਪੇਰਿਓਂ ਬੰਦ ਕਰ ਦਿੱਤਾ। ਅਤੇ ਗੁਰੂ ਪਿਆਰਿਓ, ਕੁਝ ਸਮੇਂ ਬਾਅਦ ਕੀ ਵੇਖਦੇ ਹੈ ਕਿ ਉਹ ਸ਼ੀਸ਼ੇ ਦਾ ਭੜਾਕਾ ਪਿਆ, ਭਾਵ ਉਹ ਰੂਹ ਜਦੋਂ ਨਿਕਲੀ ਸਰੀਰ 'ਚੋਂ ਅਤੇ ਸ਼ੀਸ਼ੇ ਦੇ ਵਿੱਚ ਤੇੜ ਆ ਗਈ ਆ, ਪਰ ਨਿਕਲਦੇ ਤਾਂ ਫਿਰ ਵੀ ਪਤਾ ਨਹੀਂ ਲੱਗਿਆ। ਸਰੀਰ ਠੰਡਾ ਹੋ ਗਿਆ, ਜੀਭ ਵਿੱਚੋਂ ਨਿਕਲ ਗਿਆ, ਗਿਆ ਜ਼ਰੂਰ ਹੈ, ਕੁਝ ਨਿਕਲ ਕੇ ਸ਼ੀਸ਼ੇ ਨੂੰ ਤੇੜ ਆ ਗਈ ਹੈ। ਇਹ ਦੱਸਦਾ ਹੈ ਮੈਂ ਕੁਛ ਗਿਆ ਜ਼ਰੂਰ ਹੈ ਵਿੱਚੋਂ ਨਿਕਲ ਕੇ, ਪਰ ਉਹ ਦਿਖਾਈ ਨਹੀਂ ਦਿੰਦਾ। ਦਿਖਾਈ ਤਾਂ ਦੇਵੇ ਜੇ ਉਹਦਾ ਕੋਈ ਰੂਪ ਹੋਵੇ। ਜਦੋਂ ਉਸ ਨੂੰ ਪੈਦਾ ਕਰਨ ਵਾਲੇ ਦਾ ਰੂਪ ਨਹੀਂ, ਉਹਦਾ ਆਪਣਾ ਵੀ ਕੋਈ ਰੂਪ ਨਹੀਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ ਜੇ ਰੂਪ ਰੰਗ ਜਾਂ ਰੇਖ ਪੇ ਕੋ ਕਹਿ ਨਾ ਸਕਤ ਕੇ। 10ਵੇਂ ਪਾਤਸ਼ਾਹ ਜੀ ਨੇ ਵੀ ਕਹਿਤਾ, ਕੋਈ ਨਹੀਂ ਕਹਿ ਸਕਦਾ ਕਿ ਉਹਦਾ ਰੂਪ ਕੈਸਾ ਹੈ, ਪਰ ਹੈ ਜ਼ਰੂਰ। ਇਹ ਵੀ ਨਾ ਕਹਿ ਦਿਓ ਜੇ ਰੂਪ ਨਹੀਂ ਹੈਗਾ ਤਾਂ ਫਿਰ ਕਿਵੇਂ ਹੋ ਸਕਦਾ ਹੈ। ਜਿਵੇਂ ਹਵਾ ਹੈ, ਸਾਨੂੰ ਦਿਸਦੀ ਨਹੀਂ ਪਰ ਸਾਨੂੰ ਫੀਲ ਹੁੰਦੀ ਹੈ, ਸਪਰਸ਼ ਕਰਦੀ ਹੈ ਸਾਡੇ ਸਰੀਰ ਨੂੰ, ਠੰਡੀ ਤੱਤੀ ਹੈ। ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹ ਨਾ ਹੋਈ। ਐਸੀ ਵਾਰਤਾ ਇੱਕ ਸੰਤ ਮਸਕੀਨ ਜੀ ਦੀ ਹੈ। ਕਹਿੰਦੇ ਇੱਕ ਬਹੁਤ ਹੀ ਕੱਟੜਬੰਦੀ ਬੰਦਾ, ਰੱਬ ਤੋਂ ਬੇਮੁਖ, ਕਹਿੰਦਾ ਮੈਂ ਰੱਬ ਨੂੰ ਮੰਨਦਾ ਹੀ ਨਹੀਂ, ਰੱਬ ਹੈ ਹੀ ਨਹੀਂ ਗਾ। ਕਹਿੰਦਾ ਮੈਂ ਬਹੁਤ ਲੋਕਾਂ ਨੂੰ ਸਵਾਲ ਕੀਤੇ ਆ ਵੀ ਰੱਬ ਦਿਖਾਓ ਮੈਨੂੰ, ਅਤੇ ਮਸਕੀਨ ਜੀ ਤੁਸੀਂ ਕਈ ਦਿਨਾਂ ਤੋਂ ਇੱਥੇ ਸਾਡੇ ਇਲਾਕੇ 'ਚ ਕਥਾ ਕਰ ਰਹੇ ਹੋ, ਬੜਾ ਰੱਬ ਦੇ ਨਾਮ ਦਾ ਰੌਲਾ ਪਾਇਆ ਤੁਸੀਂ, ਮੈਨੂੰ ਦੱਸੋ ਰੱਬ ਹੈ ਕਿੱਥੇ। ਮੈਨੂੰ ਕਹਿੰਦਾ ਸਪਸ਼ਟ ਕਰਕੇ ਸਬੂਤ ਦਿਓ ਵੀ ਆਹ ਰੱਬ ਹੈ। ਮਸਕੀਨ ਜੀ ਕਹਿਣ ਲੱਗੇ ਵੀ ਦੇਖੋ ਸਾਡੇ ਵੱਡਿਆਂ ਨੇ, ਬਜ਼ੁਰਗਾਂ ਨੇ, ਗੁਰੂਆਂ ਨੇ, ਪੀਰਾਂ ਨੇ, ਸਾਰਿਆਂ ਨੇ ਉਹਦੇ ਬਾਰੇ ਦੱਸਿਆ, ਉਹ ਝੂਠ ਥੋੜ੍ਹਾ ਬੋਲਦੇ ਨਾ। ਕਹਿਣ ਲੱਗਿਆ ਨਹੀਂ ਮੰਨਦਾ, ਸਬੂਤ ਦਿਓ ਮੈਨੂੰ ਤਾਂ। ਮਸਕੀਨ ਜੀ ਕਹਿੰਦੇ ਬੜੀ ਕੜਿੱਕੀ 'ਚ ਫਸੇ ਆ, ਹੁਣ ਇਹਨੂੰ ਸਬੂਤ ਕੀ ਦਈਏ। ਪਰ ਐਨ ਸਤਿਗੁਰੂ ਮੌਕੇ 'ਤੇ ਲਾਜ ਰੱਖਦਾ ਇੱਕ ਭਗਤ ਜੀ ਦੀ, ਭਾਈ ਸਾਹਿਬ ਭਾਈ ਮਸਕੀਨ ਜੀ ਦੀ, ਜਿਨ੍ਹਾਂ ਦਾ ਪੂਰਾ ਨਾਮ ਹੈ ਸੰਤ ਸਿੰਘ ਮਸਕੀਨ। ਮਸਕੀਨ ਤਖੱਲਸ ਬਣਾਇਆ, ਨਾਮ ਉਹਨਾਂ ਦਾ ਸੰਤ ਸਿੰਘ ਸੀ। ਕਹਿੰਦੇ ਇੱਕ ਤਾਂ ਮਸਕੀਨ ਜੀ ਦੇ ਅੰਦਰ ਫੁਰਨਾ ਆਇਆ, ਉਸ ਸਰੂਪ ਨੇ ਜਿਹਦਾ ਰੰਗ ਰੂਪ ਨਹੀਂ ਹੈ, ਉਹ ਇਸੇ ਤਰ੍ਹਾਂ ਹੁਕਮ ਦੇ ਨਾਲ ਹੀ ਸਾਨੂੰ ਚਲਾਉਂਦਾ। ਤੁਹਾਨੂੰ ਹੁਕਮ ਨਾਲ ਇੱਥੇ ਲੈ ਕੇ ਆਇਆ, ਹੁਕਮ ਨਾਲ ਇੱਥੋਂ ਲੈ ਜਾਊਗਾ, ਰਸਤੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਹੁਕਮ ਲੈ ਕੇ ਕੀ ਕੁਛ ਕਰਾਊਗਾ ਤੁਹਾਡੇ ਕੋਲੋਂ। ਕੋਈ ਸਤਨਾਮ ਸੀ, ਹੁਕਮ ਹੀ ਹੁਕਮ ਚਲਾਏ ਰਹੋ। ਸੰਤ ਮਸਕੀਨ ਜੀ ਕਹਿੰਦੇ ਅਚਾਨਕ ਮੇਰੇ ਅੰਦਰ ਇੱਕ ਫੁਰਨਾ ਆਇਆ। ਕਹਿੰਦੇ ਮੈਂ ਪੁੱਛਿਆ ਵੀ ਤੇਰਾ ਪਿਤਾ ਕੌਣ ਹੈ। ਕਹਿੰਦਾ ਮੈਂ ਫਲਾਨਾ ਸਿਉਂ ਦਾ ਮੁੰਡਾ। ਕਹਿੰਦੇ ਵੀ ਤੈਨੂੰ ਪੱਕਾ ਪਤਾ ਹੈ। ਲੈ ਪੱਕਾ ਹੀ ਪਤਾ ਹੈ। ਮਸਕੀਨ ਜੀ ਕਹਿੰਦੇ ਪਰ ਮੈਨੂੰ ਸ਼ੰਕ ਹੈ ਵੀ ਉਹ ਤੇਰਾ ਪਿਓ ਨਹੀਂ ਹੈਗਾ, ਤੂੰ ਐਵੇਂ ਕਿਵੇਂ ਕਹਿ ਸਕਦਾ। ਭਗਤ ਜੀ ਕਹਿੰਦੇ ਮੈਨੂੰ ਸਬੂਤ ਦਿਓ। ਭਾਈ ਸਾਹਿਬ ਜੀ ਕਹਿੰਦੇ ਬਈ ਵਾਕਈ ਤੇਰਾ ਪਿਓ ਵੀ ਉਹੀ ਆ। ਕਹਿਣ ਲੱਗੇ ਇਹ ਕੀ ਅੱਤ ਕਥਨੀ ਵਾਲੀ ਗੱਲ ਹੈ, ਕਥਾ ਤਾਂ ਆਪ ਗੱਲ ਤਾਂ ਕਰ ਰਹੇ ਹਾਂ ਰੱਬ ਦੀ, ਤੁਸੀਂ ਕਿਹੜੇ ਪਾਸੇ ਚੱਲ ਪਏ। ਕਹਿੰਦਾ ਨਹੀਂ ਮੈਨੂੰ ਸ਼ੱਕ ਹੈ ਤੇਰੇ ਤੇ ਵੀ ਤੇਰਾ ਬਾਪ ਉਹ ਨਹੀਂ ਹੈਗਾ। ਤਾਂ ਗੁਰੂ ਪਿਆਰਿਓ ਉਹ ਕਹਿਣ ਲੱਗੇ ਕਿਵੇਂ ਹੋ ਸਕਦਾ। ਕਹਿੰਦਾ ਫਿਰ ਤੈਨੂੰ ਕਿਵੇਂ ਪਤਾ ਲੱਗਿਆ ਮੇਰਾ ਪਿਓ ਆ। ਕਹਿੰਦਾ ਮੇਰੀ ਮਾਂ ਨੇ ਦੱਸਿਆ। ਕਹਿੰਦਾ ਇਹਦਾ ਮਤਲਬ ਤੂੰ ਵੇਖਿਆ ਤਾਂ ਨਹੀਂ ਨਾ ਉਸ ਨੂੰ। ਪਿਤਾ ਕਾ ਜਨਮ ਕੇ ਜਾਣੈ ਪੂਤ, ਜਿਨ ਸਗਲ ਪਰਾਈ ਆਪਣੇ ਸੂਤ। ਜਿਸ ਪਰਮੇਸ਼ਰ ਰੂਪੀ ਪਿਤਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸੂਤ ਭਾਵ ਹੁਕਮ ਰੂਪੀ ਧਾਗੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ, ਉਸ ਦਾ ਗਿਆਨ ਅਸੀਂ ਕੀ ਜਾਣ ਸਕਦੇ ਹਾਂ। ਉਹ ਸਾਥੋਂ ਪਹਿਲਾਂ ਦਾ ਹੋਇਆ, ਸਾਨੂੰ ਕੀ ਪਤਾ ਕਿਵੇਂ ਹੋਇਆ, ਕਿਹੋ ਜਿਹਾ ਹੈਗਾ, ਪਰ ਹੈਗਾ। ਇਹ ਮਤ ਕਹਿ ਦਿਓ ਹੈ ਨਹੀਂ। ਉਹ ਕਹਿਣ ਲੱਗੇ ਆ ਜਿਹੜਾ ਵਾਲਾ ਹੀ ਕੱਟੜ ਜਿਹਾ ਸੀਗਾ, ਜਿਹੜਾ ਕਹਿੰਦਾ ਸੀ ਮੈਂ ਮੰਨਦਾ ਹੀ ਨਹੀਂ ਗਾ। ਮਸਕੀਨ ਜੀ ਕਹਿੰਦੇ ਜਦੋਂ ਮੈਂ ਪੁੱਛਿਆ ਵੀ ਤੇਰਾ ਬਾਪ ਕੌਣ ਹੈ, ਚੱਕਰ 'ਚ ਪੈ ਗਿਆ।
कहना मेरी माँ ने दसिया, कहना जरूरी तो नहीं, तेरी माँ किसी होर का नाम लैन दी, फिर वो रब तेरा हो जाता, माँ प्यो हो जाता। कहना एवें किवें लै दिंदी, कह तेरे कोल की सबूत है। उत्थे फिर वो फस गया। बस इस तरह जिवें बच्चे नूं नहीं पता कि मेरा पिता कौन है, उसकी माँ ने दसिया है कि ये तेरा पिता है, ये मैं तेरी माँ हाँ। हौली हौली पहले प्यार लगा था दुध, दूजा माए बाप की सुध, तीजा भैया भाभी वे। जिवें माँ दसी जाती है बच्चा उवें मन्नी जाता ना। कई बारी तो दूजे बच्चों के मगर ला के वो बच्चा अपने प्यो नूं भी चाचा ताया ही कहन लग जाता। कोई सतनाम श्री। इस तरह ही परमेश्वर जिहड़ा है उहदे बारे जिन्हां ने जाणिया है, उन्होंने दसिया, उन्होंने लिखिया। मैं कोई ऐसा भी समा सी जदों हस्ती कली हुई बैठी सी, अरबद नरबद धुंधू कारा, धन न गगना हुक्म पारा। फिर उस दे विचों ही सारी दुनिया आई। बैठे बैठे फुरना बनिया, मेरे वर्गे होर भी होण ते कहंदे हो जा। तो होना शुरू हो गया। संगतां ने पूछया तो वह बंदा जिहड़ा सीगा मस्कीन जिहनूं कहन लग्या, हुण मैनूं दुबारे धर्म ते रिसर्च करनी पऊ। सी तां खोजी ओह, पर वो चक्कर च पिया होया सी, रब नूं मनदा नहीं सीगा। कहंदा मैनूं हुण दुबारे खोज करनी पऊ। सतगुरु पातशाह भी कहंदे उहदे बारे कोई नहीं कह सकदा, बस उन्होंने नित नवां ही कह सकते हैं। नित नवां जिन्ने भी दरख्त है नित नवे पत्ते निकलते हैं। पहला कित्थे सी वो पत्ते, नित निकलते हैं, टूसे नवे निकलते हैं। इस तरह नित नवे जीव दुनिया विच आउंदे आ और नित मरदे आ। पर जातो जाए कहाँ ते आवे, ये कित्थे जांदे आ, कित्थों आउंदे आ। कह उपजै कह जाए समावे, जदों ये पैदा होंदे आ ते कित्थों पैदा होंदे आ। बच्चे की शादी नहीं हुई, कोई बच्चे की संभावना नहीं। बच्चे की शादी हो गई बच्चों की, तो बच्चे की संभावना हो गई आ। तो सतगुरु पूछे महाराज ये किवें होया, ते पातशाह कहने माँ की रक्त पिता बिंद धारा, इन्हां दोवां नूं मिला के मूरत सूरत कर अपारा। ये सुंदर शरीर बनाया, पर यह शरीर वो नहीं है। इस करके 10वें पातशाह जी ने मनुख दीयां पिछलियां गलतियां नूं वेख के आउण वाले समय लई सुचेत कीता। की गलती सी बंदे दी कि मनुखां नूं ही रब मन के बैठ गया, मतलब शरीरां नूं रब मन लिया। शरीर रब नहीं है। 10वें पातशाह जिहड़ी रूह है वो है तो परमेश्वर ही, पर वो कहंदे मैनू परमेश्वर ना कहो, क्योंकि साडी जिहड़ी अख है, साडी जिहड़ी मत है, वो शरीर तक ही खड़ी है। मैं हूँ परम पुरख को दासा, वेखन आयो जगत तमाशा। जो मुझको परमेश्वर उचरा तेल नाल नरक कुंड में पर है। खुद नूं भी उन्होंने रब नहीं कहा, तुसीं फिर इत्थे फस जाओगे। शरीरां नाल तां जुड़ना ही नहींगा, शरीर तो वो है ही नहींगा। शरीर तो परे दी गल है। शरीर दे विचों निकलदा है, उहदा भी कोई शरीर नहीं हैगा। कोई सतनाम, क्योंकि प्यो वर्गा ही पुत होंदा है ना। जैसा परमात्मा वैसी आत्मा है। आत्मा परात्मा एको करे, सारियां दी आत्मा परमेश्वर ये सब एको ही रूप है। बस उसके अनेका रूप हो गए। एक है, अनेक है, अनेक है, फिर एक है। तो सतगुरु पातशाह धन गुरु नानक देव जी नूं सिखां ने पूछिया, महाराज ये कित्थों पैदा हुंदा है, कित्थे जाके समाउंदा है, क्यों बाधिओ, क्यों मुक्ति पावे। 2 सवाल, 2 ते 2 4 सवाल, फिर 2 सवाल फिर क्यों बाधिओ, किवें बन्निया, किवें मुक्त हो सकदा है। 6 क्यों अविनाशी सहज समावे, किवें अविनाशी परमेश्वर विच मिल सकदा है। ये 7 सवाल संगतां ने कीते हन। सतगुरु पातशाह जी कहते सिखो, जे ये चक्कर च पै गए ना तो बड़ा लंबा चौड़ा काम है। तुसीं एको ही काम कर लो, नाम जप लो। नाम हृदय मुख अमृत नाम, ये नरां दा हरि नर हर नाम, नर हर निहकाम। वो परमेश्वर जिहड़ा है नरां दा हरि, भाव सानू सब नू हर लैण वाला, अपने विच मिला लैण वाला परिपूर्ण परमेश्वर परमात्मा जो है, उसका नाम जपना करिए आपां। जे इस पासे चल पे, मस्कीन जी का बचन है,
मैं जान जान के यही जानिया कि मैं कुछ भी नहीं जानिया। कहो सतनाम। क्योंकि ਉਹਦੀ बहुत सारे कहते कहे कह जावे तुम सर अवर न कोई, तेनों कहने वाले बहुत आए, कह के चले गए, होर भी आ रहे हैं, कह रहे हैं वो भी चले जाएंगे, पर तेनों पूरा कोई नहीं कह सके, क्लीयर नहीं कर सकिया, निबेड़ा नहीं होयागा। क्योंकि उसका निबेड़ा तां ही होवे जे उसका कोई स्वरूप होवे। इस करके जिन्ना चਿਰ ਸਾਡੇ सामने वो स्वरूप नहीं आता उसनों पूरा जानना मुश्किल है। पूरा तो असी किसी आम मनुख ਨੂੰ भी नहीं जान सकते। संत की महिमा वेद न जाने। वेदां दे भी जिन्ने शब्द लिखे आ, ग्रंथां भी जिन्ने शब्द लिखे आ, रब दे प्यारिਆਂ ਦੇ मुखों उचारण होए आ, उन्हां दे दिमाग चों परमेश्वर ने कढे आ। पर जिन्ने ग्रंथां 'च लिखे पे आ कि संतां ने सारे लिखते नहीं, कहते हजे उन्हां दे अंदर पता नहीं किन्ने पए होण। कोई सतनाम। इस करके वेदां ग्रंथां नूं भी संतां दी महिमा दा पता नहीं। संत की महिमा वेद न जाना, जेता सुने तेता बखियान है। जिन्ना को उन्होंने सुनाता असी उन्ना की बखियान कर सकते हैं। जिन्नी गुरुओं ने सानू बाणी दे दी आप इन्नी कर सकते हैं। हजी उन्होंने अंदर पता नहीं होर किन्नी बाणी पई होगी। जिन्नी कि साडे लोड़ ठीक सी उन्होंने सानू लिख के दे दी। मना मूही ग्रंथ जो आनंदपुर साहब नूं त्यागिया सतगुरां ने सरसा नदी की भेंट भी करने पे, क्योंकि सांभण का समा नहीं सीगा। बहुत लिखतां सतगुरां दियां उस वेले जो सांभियां नहीं गईयां, बेअदबी होण तो पानी दे विच भेंट कर दित्ते, वो पानी विच घुल जांदा, अखर भी ते कागज भी। तो इस करके सतगुरु पातशाह कहंदे सिखो पहली गल तां नाम जप लो। तुसी जिथों आए ਉਹਦੇ ਵਿੱਚ ਸਮਾ ਜਾਓਗੇ। ਇਹ ਨਾਮ ਹੀ ਤੁਹਾਨੂੰ ਉੱਥੇ ਲੈ ਕੇ ਜਾਵੇਗਾ। ਜਿਵੇਂ ਕਿਲੇ ਦਾ ਨਾਮ ਤੁਹਾਨੂੰ ਕਿਲੇ 'ਚ ਲਿਆਇਆ ਤੇ ਕਿਲੇ 'ਚੋਂ ਨਿਕਲਦਿਆਂ ਹੀ ਘਰ ਦਾ ਖਿਆਲ ਤੁਹਾਨੂੰ ਘਰੇ ਲੈ ਜਾਊਗਾ। ਜੇ ਤੁਸੀਂ ਘਰ ਵੱਲ ਜਾਂਦਿਆਂ ਕਿਸੇ ਮੋੜ ਤੇ ਜਾ ਕੇ ਕੋਈ ਹੋਰ ਖਿਆਲ ਚੱਕ ਲਿਆ, ਫਿਰ ਤੁਸੀਂ ਘਰੇ ਨਹੀਂ ਜਾ ਸਕਦੇ, ਫਿਰ ਤੁਸੀਂ ਉੱਧਰ ਚਲੇ ਜਾਓਗੇ। ਇਹ ਸਾਇੰਟੀਫਿਕ ਗੱਲਾਂ ਗੁਰੂ ਦੀਆਂ। ਅੰਤਕਾਲ ਜੋ ਸਿਮਰਦਾ ਮਨੁੱਖ ਉਸੇ ਪਾਸੇ ਚਲਿਆ ਜਾਂਦਾ। ਇਹੀ ਖਿਆਲ ਹੈ ਮਰਨ ਵੇਲੇ ਦਾ। ਜਿਹੋ ਜਿਹਾ ਕੋਈ ਮਨੁੱਖ ਖਿਆਲ ਕਰਦਾ ਹੈ ਮਰਨ ਵੇਲੇ, ਉਹੇ ਜਿਹਾ ਉਸ ਨੂੰ ਅਗਲਾ ਰੂਪ ਮਿਲ ਜਾਂਦਾ, ਸਰੀਰ ਮਿਲ ਜਾਂਦਾ ਹੈ। ਤੇ ਜੇ ਉਹ ਨਿਹਕਾਮ, ਨਰ ਹਰ ਨਿਹਕਾਮ, ਪਰਮੇਸ਼ਰ ਨਿਸ਼ਕਾਮ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੋਇਆ ਵੀ ਨਿਰਲੇਪ ਹੈ ਦੁਨੀਆ ਤੋਂ, ਨਾਲੇ ਦੁਨੀਆ ਚਲਾ ਰਿਹਾ ਹੈ। ਆਪਾਂ ਥੋੜ੍ਹਾ ਜਿਹਾ ਕੰਮ ਕਰਕੇ ਕਹਿ ਦਿੰਦੇ ਹਾਂ ਮੇਰੇ ਬਿਨਾਂ ਇਹ ਹੋਣਾ ਹੀ ਨਹੀਂ, ਪਰ ਪਰਮੇਸ਼ਰ ਸਾਰਾ ਕੁਝ ਕਰਕੇ ਵੀ ਕਹਿੰਦਾ ਹੋ ਰਿਹਾ। ਕਹੋ ਸਤਨਾਮ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋ। ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤੇਰਾ ਕਿਵੇਂ ਸ਼ੁਕਰੀਆ ਕਰਾਂ ਕਿ ਮੈਥੋਂ ਆਹ ਕੰਮ ਕਰਾ ਲਿਆ। ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਰਚਨਾ ਕਰਵਾ ਦਿੱਤਾ ਮੇਰੇ ਕੋਲੋਂ, ਇਹ ਤੇਰੀ ਕਿਰਪਾ ਹੀ ਆ। ਕਹੋ ਸਤਨਾਮ ਸ੍ਰੀ। मैं तो औगनहारा सीगा। कमाल हो गई जो संपूर्णता होई गुरु ग्रंथ साहब जी की। अखीर ते लिखता तेरा कीता जातो नाही, मैनू जो कीतो ही, मैं निर्गुणियारे को गुण नाही, आपे तरस पियो ही तेरी दया नाल ही काम होया। तरस पिया मेहरा मत होई, क्योंकि दया करके गुरु नाल मिलाया, गुरु रामदास जी नाल मिलाया। सतगुर सज्जन मिलिया, हुण कहने किरपा करो मैनू भी नाम की दात दिओ, जिहड़े नाम की मैं बाणी च करवाई है मैथों। नानक नाम मिले तां जीवा तन मन थीवै, हरिया मैं भी हरा भरा हो जा। इदां बेनतियां करिए। मेरे प्रीतम जी कहने इन्हां 7 सालां दे जवाब दिंदे हन अगे। नाम हृदय अमृत मुख नाम। पहली गल तां हिरदे विच नाम नूं वसा लो। ਉਹ ਅਮਰ ਕਰ ਦੇਣ ਵਾਲਾ ਨਾਮ ਹੈ ਜਿਹੜਾ, ਉਹਨੂੰ ਆਪਣੇ ਮੁਖ ਨਾਲ ਵੀ ਜਪਿਆ ਕਰੋ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਅਮਰ ਦੇ ਬਹੁਤ ਅਰਥ ਹੈ। ਇੱਕ ਅਰਥ ਹੈ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਦੂਸਰਾ ਆਲੇ ਟਿੱਪੀ ਲੱਗੀ ਹੈ ਮੂਹਰੇ ਤੇ ਅੰਬ ਮਾਝਾ, ਭਾਵ ਇਹ ਸਵਾਦ ਹੈ, ਮਿੱਠਾ ਹੈ, ਰਸ ਹੈ ਇਹਦੇ ਵਿੱਚ। ਵਾਹਿਗੁਰੂ ਮੰਤਰ ਨੂੰ ਜਪਦਿਆਂ ਰਸ ਬਣੇਗਾ ਜੀਵਨ ਦੇ ਵਿੱਚ। ਮ੍ਰਿਤੂ ਤੋਂ ਬਾਹਰ ਕੱਢਣ ਵਾਲਾ ਹੈ।
ਇਸ ਦੇ ਵਿੱਚ ਰੰਗੇ ਗਏ ਤੇ ਇਹਦਾ ਰੂਪ ਹੋ ਜਾਓਗੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੀਵੜ ਅਵਰ ਨ ਕੋਏ। ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਬਾਣੀ ਬਣੀ ਹੈ, ਆਪਾਂ ਗੁਰਬਾਣੀ ਬਣ ਜਾਈਏ। ਭਾਵ ਜੋ ਗੁਰਬਾਣੀ 'ਚ ਲਿਖੇ ਆਪਾਂ ਇਹੋ ਜਿਹੇ ਬਣ ਜਾਈਏ। ਕਹੋ ਸਤਿਨਾਮ ਸ੍ਰੀ ਗੁਰਬਾਣੀ ਬਣੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਹਿਲਾ ਗੱਲ ਤਾਂ ਤੁਸੀਂ ਨਾਮ ਜਪਿਆ ਕਰੋ। ਨਰ ਹਰਿ ਕਿਹਦਾ ਨਾਮ ਜੋ ਸਾਨੂੰ ਸਭ ਨੂੰ ਹਰ ਲੈਣ ਵਾਲਾ ਹੈ, ਆਪਦੇ ਵਿੱਚ ਮਿਲਾ ਲੈਣ ਵਾਲਾ ਪਰਮੇਸ਼ਰ ਹੈ। ਨਰਾਂ ਦਾ ਹਰੀ ਜੋ ਸਾਡਾ ਮਾਲਕ ਹੈ। ਨਰ ਹਰ ਜਿਹੜਾ ਸਾਨੂੰ ਹਰੇ ਭਰੇ ਕਰਨ ਵਾਲਾ ਹੈ। ਇਸ ਹਰੀ ਦੇ ਬੇਅੰਤੀ ਅਰਥ ਹਨ। ਭਾਈ ਕਾਹਨ ਸਿੰਘ ਨਾਭਾ ਨੇ ਆਪਣੇ ਗੁਰੂ ਪਿਆਰਿਓ ਜੋ ਅਰਥਾਂ ਵਾਲੀ ਪੁਸਤਕ ਲਿਖੀ ਹੈ ਉਹਦੇ ਵਿੱਚ ਇਸ ਦੇ ਬਹੁਤ ਅਰਥ ਲਿਖੇ ਆ ਹਰੀ ਸ਼ਬਦ ਦੇ। ਨਰ ਹਰ ਸਾਨੂੰ ਹਰ ਲੈਣ ਵਾਲਾ, ਖਿੱਚ ਲੈਣ ਵਾਲਾ, ਆਪਣੇ ਨਾਲ ਮਿਲਾ ਲੈਣ ਵਾਲਾ, ਸਾਨੂੰ ਪੈਦਾ ਕਰਨ ਵਾਲਾ। ਹਰੀ ਸਾਨੂੰ ਹਰਾ ਭਰਾ ਕਰਨ ਵਾਲਾ। ਉਹਦਾ ਨਾਮ ਵੀ ਐਸਾ ਹੀ ਹੈ, ਉਹ ਖੁਦ ਵੀ ਐਸਾ। ਹਰ ਕਾ ਨਾਮ ਤੇ ਆਏ ਕਹਿ ਹੋ ਹਰਿਆ ਭਾਈ। ਬਸੰਤ ਕੀ ਵਾਰ ਮਹਲ ਪੰਜਵਾ। ਹਰ ਕਾ ਨਾਮ ਤੇ ਆਏ ਕਹਿ ਹੋ ਹਰਿਆ ਭਾਈ। ਕਰਮ ਲਖੰਤੇ ਪਾਈਐ ਇਹ ਰੁੱਤ ਸੁਹਾਈ। ਵਨ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ। ਨਾਨਕ ਸਿਮਰੇ ਏਕ ਨਾਮ ਫਿਰ ਬਹੁ ਨਤਾਈ। ਪੰਜੇ ਬੱਧੇ ਮਹਾਬਲੀ ਜੇ ਸਾਨੂੰ ਦੱਬੀ ਫਿਰਦੇ ਆ। ਕਾਮ ਗਏ ਕੇਸ ਪਛਾੜਿਓ। ਕਾਮ ਵਾਸ਼ਨਾ ਕਰਕੇ ਮਨੁੱਖ ਬੇਇੱਜ਼ਤੀ ਕਰਾਉਂਦਾ ਥਾਂ ਥਾਂ ਤੇ। ਕਾਮ ਵਾਸ਼ਨਾ ਕਰਕੇ ਲੋਭ ਅਪਮਾਨ ਸਿਓ ਝਾੜਿਓ। ਲਾਲਚ ਕਰਕੇ ਬੰਦੇ ਦੀ ਬੇਇੱਜ਼ਤੀ ਹੁੰਦੀ ਆ। ਆ ਸਵਈਆਂ ਦੇ ਵਿੱਚੋਂ ਪੜ੍ਹ ਲਓ। ਇਸ ਤਰ੍ਹਾਂ ਗੁਰੂ ਪਿਆਰੋ ਇਹ ਪੰਜੇ ਵਿਕਾਰ ਜਿਹੜੇ ਬੜੇ ਬਲੀ ਸੀਗੇ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਕਦੋਂ? ਜਦੋਂ ਆਪਣੇ ਚਰਨ ਜਪਾਇਆਂ ਦੇ ਵਿੱਚ ਦਇਓ ਖੜੋਆ। ਵਿੱਚ ਹਿਰਦੇ ਵਿੱਚ ਖੜ ਕੇ ਜਦੋਂ ਪਰਮੇਸ਼ਰ ਨੇ ਆਪਣਾ ਨਾਮ ਮੈਥੋਂ ਆਪ ਜਪਾਇਆ, ਸਿਰ ਤੇ ਹੱਥ ਰੱਖ ਕੇ ਆਪਣੇ ਚਰਨ ਜਪਾਇਆਂ ਦੇ ਵਿੱਚ ਦਇਓ ਖੜੋਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਹਿਲੀ ਗੱਲ ਤਾਂ ਨਾਮ ਜਪਿਆ ਕਰੋ। ਉਹ ਨਿਸ਼ਕਾਮ ਪਰਮੇਸ਼ਰ ਦਾ ਨਾਮ ਜਪੋ। ਨਿਸ਼ਕਾਮ ਭਾਵਨਾ ਨਾਲ ਜਪੋ। ਕਰਮ ਕਰਤ ਹੋਵੇ ਨੇਕਾਮੀ। ਕੋਈ ਵੀ ਕਰਮ ਕਰਦੇ ਉਹਦਾ ਫਲ ਨਾ ਮੰਗੋ। ਨਿਸ਼ਕਾਮ ਭਾਵਨਾ ਨਾਲ ਇਹਦਾ ਨਾਮ ਜਪੋ ਤਾਂ ਉਹਦੇ ਵਿੱਚ ਮਿਲ ਜਾਓਗੇ ਰਹਾਓ। ਸਹਿਜੇ ਆਵੇ। ਇਹ ਜੀਵ ਕਿੱਥੋਂ ਆਇਆ? ਪਰਮੇਸ਼ਰ ਦੇ ਵਿੱਚੋਂ ਹੀ ਆਇਆ। ਪਰਮੇਸ਼ਰ ਨੇ ਆਪਦੇ ਵਿੱਚੋਂ ਹੀ ਇਹਨੂੰ ਕੱਢਿਆ। ਖੇਡ ਬਣਾਈ ਇੱਕ ਜਦੇ ਬੈਠੇ ਬੈਠੇ ਨੇ। ਮੇਰੇ ਵਰਗੇ ਹੋਰ ਵੀ ਹੁਣ ਕਹਿੰਦਾ ਹੋ ਜਾ। ਇਹਨਾਂ ਕਿਹਾ ਤੇ ਸ੍ਰਿਸ਼ਟੀ ਬਣਨੀ ਸ਼ੁਰੂ ਹੋਈ। ਸਾਚੇ ਤੇ ਪਵਨ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਸਹਿਜੇ ਆਵੇ। ਇਹ ਸਹਿਜ ਦੇ ਵਿੱਚੋਂ ਹੀ ਬਾਹਰ ਨਿਕਲਿਆ। ਮਾਂ ਦੇ ਪੇਟ ਵਿੱਚ ਬੈਠਾ ਬੱਚਾ ਸਹਿਜ ਅਵਸਥਾ ਵਿੱਚ ਬੈਠਾ ਸੀਗਾ। ਉਹ ਸਹਿਜ ਅਵਸਥਾ ਸਾਡੀ ਹੁਣ ਜਿਹੜੀ ਹੈ ਬਾਹਰ ਆ ਕੇ ਖਰਾਬ ਹੋ ਗਈ। ਸਹਿਜੇ ਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ। ਹੁਣ ਉਹ ਸਹਿਜ ਅਵਸਥਾ ਕਿਹੋ ਜਿਹੀ ਸੀਗੀ? ਜਿੱਥੇ ਕੋਈ ਟੈਨਸ਼ਨ ਨਹੀਂ ਸੀ, ਚਿੰਤਾ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕੋਈ ਸੁੱਖ ਨਹੀਂ ਸੀ। ਆਨੰਦ ਹੀ ਆਨੰਦ ਸੀ। ਸੁੱਖ ਤੇ ਦੁੱਖ ਤੇ ਆਨੰਦ, ਤਿੰਨਾਂ 'ਚੋਂ ਆਨੰਦ ਸ਼੍ਰੋਮਣੀ ਹੈ। ਸੁੱਖ ਦੁੱਖ ਆਉਂਦੇ ਜਾਂਦੇ ਰਹਿੰਦੇ। ਆਨੰਦ ਇੱਕ ਵਾਰੀ ਆ ਗਿਆ ਜਾਂਦਾ ਨਹੀਂ। ਉਹ ਜਦੋਂ ਵੀ ਯਾਦ ਕਰੋਗੇ ਉਹਦੇ ਦਿਮਾਗ ਨੂੰ ਚੱਕਰ ਜਿਹਾ ਆ ਜਾਊਗਾ ਉਸ ਆਨੰਦ ਦਾ, ਕਿਉਂਕਿ ਉਹ ਹਮੇਸ਼ਾ ਸਾਡੇ ਅੰਦਰ ਵਸ ਜਾਂਦਾ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸਹਿਜ ਵਿੱਚ ਬੈਠਾ ਸੀਗਾ। ਉਹ ਸਹਿਜ ਅਵਸਥਾ ਜਿਹੜੀ ਹੈ ਨਾ ਉਹ ਕਿਤੇ ਦੁਬਾਰੇ ਮਿਲ ਜਾਵੇ। ਗੁਰੂ ਕਿਰਪਾ ਕਰਨ। ਗੁਰੂ ਅਰਜਨ ਦੇਵ ਜੀ ਉਹੀ ਮੰਗਣ ਦੀ ਜਾਚ ਸਿਖਾਉਂਦੇ ਆ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਇਹ ਸੰਸਾਰ ਰੂਪੀ ਅਗਨੀ ਦੇ ਸਾਗਰ ਵਿੱਚ ਮੈਨੂੰ ਉਹ ਨਾਮ ਦੇ ਜਿਹੜਾ ਮੈਂ ਮਾਂ ਦੇ ਪੇਟ ਦੀ ਅੱਗ ਵਿੱਚ ਬੈਠੇ ਨੇ ਜਪਿਆ, ਜਿਸ ਅੱਗ ਨੇ ਮੈਨੂੰ ਸਾੜਿਆ ਨਹੀਂ। ਮਾਂ ਦੇ ਪੇਟ ਦੀ ਅੱਗ ਬੜੀ ਤਕੜੀ ਆ। ਜਿੰਨਾ ਕੁਝ ਖਾਂਦੀ ਹੈ ਮਾਤਾ ਸਭ ਖਤਮ ਹੋ ਜਾਂਦਾ, ਗਲ ਜਾਂਦਾ, ਪਚ ਜਾਂਦਾ। ਪੁਰਾਣੇ ਸਮਿਆਂ ਵਿੱਚ ਤਾਂ ਮੈਂ ਸੁਣਿਆ ਕਿ ਜਦੋਂ ਬੱਚਾ ਪੇਟ 'ਚ ਹੁੰਦਾ ਨਾ ਤੇ ਕਈ ਮਾਈਆਂ ਕੰਧਾਂ ਤੋਂ ਰੋਡ ਪਟ ਪਟ ਕੇ ਚੱਬ ਜਾਂਦੀਆਂ।
ਕੱਚੀਆਂ ਕੰਧਾਂ ਹੁੰਦੀਆਂ ਸੀ ਨਾ, ਉਹ ਰੋਡ ਪੱਟ ਕੇ ਖਾਂਦੀਆਂ। ਕਿਸੇ ਨੇ ਪੁੱਛਿਆ ਵੀ ਇਹ ਕਿਉਂ ਖਾਣੀ? ਕਹਿੰਦੀ ਬੱਚਾ ਮੰਗਦਾ ਅੰਦਰ। ਕਹੋ ਸਤਨਾਮ। ਇਹ ਹੋਣਾ ਖਿਆਲ ਕੋਈ ਇਹ ਸੈਂਸ ਹੈ ਵੀ, ਇਹ ਕੋਈ ਦੂਜੀ ਗੱਲ ਨਹੀਂ ਹੈ। ਇਹ ਉਸ ਰੂਹ ਦੀ ਜੋ ਭਾਵਨਾ ਹੈ। ਤੇ ਕਹਿੰਦੇ ਉਹ ਖਾਂਦੇ ਉਹੋ ਜਿਹਾ ਚੀਜ਼ਾਂ ਉਹ ਮਿਲਦੀਆਂ ਤੇ ਉਹ ਮਾਤਾ ਖਾਂਦੀ ਹੈ। ਕਹਿੰਦੇ ਬੱਚੇ ਦੇ ਵਾਸਤੇ ਆ। ਕਮਾਲ ਹੋ ਗਈ। ਉਹ ਰੋਡ ਵੀ ਖਾਧੇ ਹੋਏ ਗਲ ਜਾਂਦੇ ਆ। ਕਿੰਨੀ ਭਿਆਨਕ ਅੱਗ ਹੋਊਗੀ। ਬਾਹਰ ਵੀ ਲੋਕ ਜਿਹੜੇ ਸੀਮੈਂਟ ਬਣਾਉਣ ਵਾਲੇ ਆ ਨਾ, ਸੀਮੈਂਟ ਵਿੱਚ ਬਣਾਉਣ ਤੋਂ ਪਹਿਲਾਂ ਜਿਹੜੇ ਪੱਥਰ ਪੱਟਦੇ ਆ ਪਹਾੜਾਂ 'ਚੋਂ, ਉਹਨਾਂ ਨੂੰ ਅੱਗ ਵਿੱਚ ਸਾੜਦੇ ਆ। ਉਹ ਫਿਰ ਪੱਥਰ ਤੜਕਦੇ ਆ ਅੱਗ ਦੇ ਨਾਲ, ਫਿਰ ਉਹਨਾਂ ਨੂੰ ਤੜਕਾ ਕੇ ਤੇ ਫਿਰ ਉਹਨਾਂ ਨੂੰ ਮਸ਼ੀਨਾਂ ਦੇ ਰਾਹੀਂ ਉਹਨਾਂ ਨੂੰ ਫਿਰ ਆਟੇ ਵਾਂਗੂ ਬਰੀਕ ਕਰਦੇ ਆ। ਫਿਰ ਉਹ ਸੀਮੈਂਟ ਬਣਦਾ। ਜਦੋਂ ਪਾਣੀ ਪੈ ਜਾਂਦਾ ਉਹ ਫਿਰ ਪੱਥਰ ਬਣ ਜਾਂਦਾ, ਕਿਉਂਕਿ ਪੱਥਰ ਤੋਂ ਸੀਮੈਂਟ ਬਣਿਆ, ਸੀਮੈਂਟ ਫਿਰ ਪੱਥਰ ਬਣ ਗਿਆ। ਤਾਂ ਸੋਚੋ ਮਾਂ ਦੇ ਉਦਰ ਦੀ ਅੱਗ ਹੈ, ਜਿਹੜੀ ਗਰਭ ਦੀ ਅੱਗ ਹੈ, ਮਾਂ ਦੇ ਪੇਟ ਦੀ ਜਿਹੜੀ ਅੱਗ ਆ, ਉਹ ਕਿੰਨੀ ਭਿਆਨਕ ਹੋਵੇਗੀ। ਪਰ ਬੱਚਾ ਉੱਥੇ ਬਚਦਾ, ਉਹ ਅੱਗ ਉਹਨੂੰ ਸਾੜ ਨਹੀਂ ਸਕਦੀ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ। ਖੁਦ ਮਾਂ ਦਾ ਵੀ ਕੋਈ ਵਾਹ ਨਹੀਂ ਉਹ ਬੱਚੇ ਨੂੰ ਬਚਾਉਣ ਵਾਸਤੇ। ਉੱਥੇ ਪਰਮੇਸ਼ਰ ਬਚਾਉਂਦਾ ਸਾਨੂੰ। ਕੋ ਸਤਨਾਮ ਸ੍ਰੀ। ਮਾਂ ਕੁਛ ਨਹੀਂ ਕਰ ਸਕਦੀ। ਬਸ ਜਿਸ ਤਰ੍ਹਾਂ ਧਰਤੀ ਵਿੱਚ ਬੀਜ ਰੱਖਤਾ ਕਿਸਾਨ ਨੇ, ਹੁਣ ਕਿਸਾਨ ਕੁਝ ਨਹੀਂ ਕਰ ਸਕਦਾ। ਇਹ ਪਰਮੇਸ਼ਰ ਦੀ ਮਰਜ਼ੀ ਹੈ ਉਸ ਨੂੰ ਉਗਾ ਕੇ ਫਲ ਲਾਉਣਾ ਨਹੀਂ ਲਾਉਣਾ। ਕੈਸਾ ਉਹ ਬੀਜ ਬਾਹਰ ਨਿਕਲ ਕੇ ਬਣਦਾ। ਬੀਜਿਆ ਤਾਂ ਕੂਲਾ ਬੀਜ ਸੀਗਾ ਕਿੱਕਰ ਦਾ। ਬੀਜ ਬੜਾ ਸੋਹਣਾ ਸੀ ਪਰ ਨਿਕਲਿਆ ਤੇ ਕੰਡੇ ਨਿਕਲੇ ਆਏ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਇਹ ਉੱਥੇ ਸਹਿਜ ਅਵਸਥਾ ਵਿੱਚ ਬੈਠਾ ਸੀ, ਨਾਮ ਨਾਲ ਜੁੜਿਆ ਸੀਗਾ, ਉਹ ਇਹ ਤੋਂ ਖਰਾਬ ਹੋ ਗਈ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰ ਨਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ। ਸਿਰ ਮੋਰਾ ਮੇਰੇ ਸੀਸ ਦਾ ਤੂੰ ਸਿਰਤਾਜ ਹੈ। ਤੂੰ ਠਾਕੁਰ, ਤੂੰ ਮੇਰਾ ਮਾਲਕ ਹੈ। ਸਿਰ ਮੋਰਾ ਮੇਰੇ ਸਿਰ ਦਾ ਮਾਲਕ ਸਰਤਾਜ ਤੂੰ ਹੈ। ਇਹਾਂ ਉਹਾਂ ਤਹਾਰੋ ਧੋਰਾ। ਇੱਥੇ ਉੱਥੇ ਮੈਨੂੰ ਤੇਰਾ ਹੀ ਆਸਰਾ। ਖੈਰ ਅੱਗੇ ਚੱਲ ਗਏ ਆਪਾਂ। ਸਹਿਜ ਵਿੱਚੋਂ ਆਇਆ ਸੀਗਾ ਤੇ ਨਾਮ ਜਪ ਜਪ ਕੇ ਸਹਿਜ ਦੇ ਵਿੱਚ ਜਾਣਾ ਹੈ। ਜੀਵ ਨੇ ਇਹ ਕੰਮ ਕਰਨਾ, ਮਨੁੱਖ ਨੇ ਇਹ ਕੰਮ ਕਰਨਾ। ਮਨ ਤੇ ਉਪਜੈ ਮਨ ਮਾਹੇ ਸਮਾਏ। ਚਲੋ ਸਹਿਜ ਅਵਸਥਾ ਮਾਂ ਦੇ ਪੇਟ ਤੋਂ ਆਰੰਭ ਹੋਈ, ਹੁਣ ਬਾਹਰ ਆ ਗਏ ਆਪਾਂ। ਹੁਣ ਸਾਡੇ ਅੰਦਰ ਇੱਕ ਮਨ ਹੈ। ਮਨ ਤੋਂ ਵਿੱਚੋਂ ਸਾਡੇ ਅੰਦਰ ਫੁਰਨੇ ਪੈਦਾ ਹੋਏ। ਉਹਨਾਂ ਫੁਰਨਿਆਂ ਦਾ ਇੰਨਾ ਖਲਾਰਾ ਪੈ ਗਿਆ, ਇੰਨਾ ਖਲਾਰਾ ਪੈ ਗਿਆ, ਬੰਦਾ ਉਲਝ ਗਿਆ। ਕਹੋ ਸਤਨਾਮ ਸ੍ਰੀ। ਪਹਿਲਾਂ ਬੱਚਾ ਸੀਗਾ, ਕੋਈ ਫੁਰਨੇ ਨਹੀਂ ਸੀਗੇ, ਐਸ਼ ਕਰਦਾ ਸੀ, ਸੋਹਣਾ ਵੀ ਲੱਗਦਾ। ਬੱਚਾ ਸਭ ਨੂੰ ਸੋਹਣਾ ਲੱਗਦਾ, ਚਾਹੇ ਚਿੜੀ ਦਾ ਹੋਵੇ ਚਾਹੇ ਮਨੁੱਖ ਦਾ ਹੋਵੇ। ਹੁਣ ਅਸੀਂ ਮਨ ਦੇ ਵਿੱਚੋਂ ਫੁਰਨਿਆਂ ਦੇ ਰਾਹੀਂ ਬਾਹਰ ਨਿਕਲ ਗਏ। ਹੁਣ ਆਪਾਂ ਬਾਹਰ ਨਿਕਲੇ, ਆਪਾਂ ਇੱਥੇ ਬੈਠਾ, ਸਰੀਰ ਇੱਥੇ ਬੈਠਾ, ਲੇਕਿਨ ਆਪਾਂ ਦਿੱਲੀ ਦੱਖਣ ਚਲੇ ਗਏ। ਉਹ ਆਪਾਂ ਉਹ ਆਪਾਂ ਆ ਨਹੀਂ ਜਿਹੜੇ ਸਾਹਮਣੇ ਬਾਡੀਆਂ ਬੈਠੀਆਂ। ਜੇ ਤੁਸੀਂ ਸੁਰਤ ਕਰਕੇ ਇੱਥੇ ਬੈਠੇ ਹੋ ਫਿਰ ਤੁਸੀਂ ਇੱਥੇ ਹੋ। ਜੇ ਤੁਹਾਡੀ ਸੁਰਤ ਘਰੇ ਚਲੀ ਗਈ ਤਾਂ ਤੁਸੀਂ ਇੱਥੇ ਨਹੀਂ, ਘਰੇ ਫਿਰਦੇ ਹੋ। ਕਹੋ ਸਤਨਾਮ ਸ੍ਰੀ। ਸਾਖੀ ਜੋ ਸਮਝ ਲਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰੂ ਪਿਆਰਿਓ ਕਾਜੀ ਦੌਲਤ ਖਾਂ ਕਹਿੰਦਾ, ਸੁਲਤਾਨਪੁਰ ਲੋਧੀ, ਕਹਿਣ ਲੱਗਿਆ ਤੂੰ, ਮੈਂ ਸੁਣਿਆ ਤੂੰ ਕਹਿੰਦਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਬਾਬਾ ਜੀ ਦਾ ਵਿਸ਼ਾ ਸੀਗਾ ਵੀ ਨਾ ਤਾਂ ਹਿੰਦੂ ਆਪਣੇ ਧਰਮ 'ਤੇ ਖੜਾ, ਨਾ ਮੁਸਲਮਾਨ ਧਰਮ 'ਤੇ ਖੜਾ। ਪਰ ਰਾਜੇ ਨੇ ਕੁਝ ਹੋਰ ਹੀ ਸਮਝ ਲਿਆ। ਕਹਿੰਦੇ ਜੇ ਤੂੰ ਇਹ ਕਹਿਣਾ ਵੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤੂੰ ਮੇਰੇ ਨਾਲ ਨਮਾਜ਼ ਕਰੇਗਾ? ਕਹਿਣ ਲੱਗੇ ਕਰ ਲਾਂਗੇ, ਉਹ ਵੀ ਅੱਲਾ ਦੇ ਨਾਮ ਹੈ, ਰੱਬ ਦਾ ਨਾਮ ਹੈ, ਚੱਲ ਚੱਲਦੇ ਆ। ਕਹਿੰਦੇ ਚੱਲ ਫਿਰ ਮਸਜਿਦ ਚੱਲ, ਮੇਰੇ ਨਾਲ ਨਮਾਜ਼ ਕਰ। ਕਹਿਣ ਲੱਗੇ ਚਲੋ। ਸੁਲਤਾਨਪੁਰ ਲੋਧੀ ਵਿੱਚ ਰੌਲਾ ਪੈ ਗਿਆ ਵੀ ਅੱਜ ਨਾਨਕ ਨੇ ਜੇ ਨਮਾਜ਼ ਕਰ ਲਈ ਤੇ ਮੁਸਲਮਾਨ ਬਣ ਜਾਊਗਾ। ਕਹੋ ਸਤਨਾਮ ਸੀ। ਸਾਰੇ ਰੌਲਾ ਪੈ ਗਿਆ। ਬੇਬੇ ਨਾਨਕੀ ਕੋਲ ਵੀ ਕਿਸੇ ਨੇ ਆ ਕੇ ਗਿਆ, ਕੁੜੇ ਤੇਰਾ ਵੀਰ ਤਾਂ ਅੱਜ ਨਮਾਜ਼ ਕਰਨ ਚਲਿਆ ਗਿਆ। ਕਹਿੰਦੀ ਕੋਈ ਗੱਲ ਨਹੀਂ ਹੈ ਵੀ ਉਹਦਾ ਕੋਈ ਕੌਤਕ। ਬੇਬੇ ਨਾਨਕੀ ਨੇ ਸਮਝਿਆ ਸਭ ਤੋਂ ਪਹਿਲਾਂ, ਜਾਂ 2 ਨੰਬਰ 'ਤੇ ਰਾਏ ਬਲਾਰ ਨੇ ਸਮਝਿਆ ਬਾਬੇ ਨਾਨਕ ਜੀ ਨੂੰ। ਜਦੋਂ ਨਮਾਜ਼ ਕਰਨ ਲਈ ਮਸਜਿਦ ਦੇ ਸਾਹਮਣੇ ਗਏ, ਹੱਥ ਮੂੰਹ ਧੋਤੇ ਲੋਧੀ ਨੇ, ਦੌਲਤ ਖਾਂ ਲੋਧੀ ਨੇ, ਔਰ ਕਾਜੀ ਆ ਉੱਥੇ ਜਿਹੜਾ ਪ੍ਰਬੰਧਕ ਹੈ ਉਹ ਵੀ ਨਾਲ ਹੈ।
ਉਹਨੇ ਵੀ ਹੱਥ ਮੂੰਹ ਧੋਤੇ। ਬਾਬਾ ਜੀ ਕਹਿੰਦੇ ਤੁਸੀਂ ਵੀ ਹੱਥ ਮੂੰਹ ਧੋ ਲਓ। ਕਹਿੰਦੇ ਲਓ ਧੋ ਲੈਂਦੇ ਆ। ਕਹਿੰਦੇ ਨਮਾਜ਼ ਕਰਨ ਦੀ ਮਸਜਿਦ ਦੇ ਗੇਟ ਦੇ ਸਾਹਮਣੇ ਐ ਖੜ੍ਹ ਗਏ। ਹੁਣ ਜਿਵੇਂ ਉਹ ਨਮਾਜ਼ ਕਰਦੇ ਆ, ਕਦੇ ਲੰਬੇ ਪੈ ਜਾਂਦੇ ਆ, ਕਦੇ ਹੱਥ ਇੱਦਾਂ ਕਰ ਲੈਂਦੇ ਆ, ਕਦੇ ਗੋਡਿਆਂ 'ਤੇ ਬਹਿ ਜਾਂਦੇ ਆ। ਉਹਨਾਂ ਨੇ ਨਮਾਜ਼ ਸ਼ੁਰੂ ਕਰਤੀ। ਹੁਣ ਨਮਾਜ਼ ਦੇ ਵਿੱਚ ਉਹ ਬੋਲ ਨਹੀਂ ਸਕਦੇ ਸੀਗੇ। ਕਾਜੀ ਵੀ ਕਰੀ ਗਿਆ, ਰਾਜਾ ਵੀ ਕਰੀ ਗਿਆ, ਅਤੇ ਪਾਤਸ਼ਾਹ ਪਿੱਛੇ ਖੜ੍ਹੇ ਵੇਖਦੇ ਰਹੇ। ਕਹੋ ਸਤਨਾਮ ਸੀ। ਜਦੋਂ ਨਮਾਜ਼ ਕਰ ਹਟੇ, ਦੌਲਤ ਖਾਂ ਕਹਿਣ ਲੱਗਿਆ ਕੀ ਗੱਲ ਬਈ ਤੂੰ ਨਮਾਜ਼ ਨਹੀਂ ਕੀਤੀ? ਬਾਬਾ ਕਹਿੰਦੇ ਤੁਸੀਂ ਝੂਠੇ ਹੋ। ਕਹਿੰਦੇ ਕਿਉਂ? ਤੁਸੀਂ ਮੈਨੂੰ ਕੀ ਕਹਿ ਕੇ ਲਿਆਏ ਸੀਗੇ ਵੀ ਸਾਡੇ ਨਾਲ ਨਮਾਜ਼ ਕਰ? ਕਹਿੰਦੇ ਹਾਂ। ਤੇ ਕਹਿੰਦੇ ਤੁਸੀਂ ਕਿਹੜਾ ਕੀਤੀ ਆ? ਕਹਿੰਦੇ ਤੇਰੇ ਸਾਹਮਣੇ ਤਾਂ ਕੋਡੇ ਸਿੱਧੇ ਹੋਈ ਗਏ ਅਸੀਂ, ਇਹ ਨਮਾਜ਼ ਹੀ ਸੀਗੀ। ਕਹਿੰਦੇ ਨਹੀਂ ਨਹੀਂ, ਇਹ ਕੋਡਾ ਸਿੱਧਾ ਸਰੀਰ ਹੋ ਰਿਹਾ ਸੀਗਾ, ਤੁਸੀਂ ਕਿੱਥੇ ਸੀ ਨਮਾਜ਼ ਵਿੱਚ? ਦਿਮਾਗ ਚੱਕਰ ਖਾ ਗਿਆ ਉਹਨਾਂ ਦਾ। ਕਹਿਣ ਲੱਗਿਆ ਤੇਰੇ ਸਾਹਮਣੇ ਤਾਂ ਨਮਾਜ਼ ਕੀਤੀ ਹੈ। ਕਹਿੰਦੇ ਨਹੀਂ, ਇਹ ਸਰੀਰ ਦੇ ਐਕਸ਼ਨ ਹੈ। ਰਾਜਾ ਸਾਹਿਬ ਤੁਸੀਂ ਤਾਂ ਕਾਬਲ ਕਧਾਰ ਦੇ ਘੋੜੇ ਵੇਖਦੇ ਫਿਰਦੇ ਸੀ ਖਰੀਦਣ ਵਾਸਤੇ। ਸੋਚ ਥੋੜਾ ਪਿੱਛੇ ਨਮਾਜ਼ ਦੇ ਸਮੇਂ 'ਚ। ਕਹਿਣ ਲੱਗਿਆ ਯਾਰ ਧਿਆਨ ਤਾਂ ਗਿਆ ਸੀ। ਕਹਿੰਦੇ ਫਿਰ ਤੂੰ ਤਾਂ ਉਹੀ ਆ, ਤੂੰ ਆ ਬਾਡੀ ਥੋੜਾ ਹੀ ਆ। ਤੂੰ ਬਾਡੀ ਇੱਥੇ ਨਮਾਜ਼ ਵਿੱਚ ਛੱਡ ਕੇ ਆਪ ਉੱਥੇ ਚਲਿਆ ਗਿਆ। ਇਹ ਨਮਾਜ਼ ਥੋੜਾ ਹੋਈ, ਇਹ ਤਾਂ ਘੋੜਿਆਂ ਦੀ ਨਮਾਜ਼ ਹੋ ਗਈ, ਅੱਲਾ ਹੀ ਥੋੜਾ ਹੋਈ। ਰਾਜਾ ਹੈਰਾਨ ਹੋ ਗਿਆ ਵੀ ਦਿਲਾਂ ਦੀਆਂ ਬੁੱਝ ਲੈਂਦਾ ਇਹ ਤਾਂ। ਕਹਿਣ ਲੱਗਿਆ ਜੀ ਗੱਲ ਤਾਂ ਤੁਹਾਡੀ ਸਹੀ ਹੈ, ਮੇਰਾ ਖਿਆਲ ਤਾਂ ਚਲਿਆ ਗਿਆ ਸੀਗਾ। ਮਨ ਤੇ ਉਪਜੈ, ਮਨ ਵਿੱਚੋਂ ਇਹ ਖਿਆਲ ਪੈਦਾ ਹੋ ਕੇ ਅਸੀਂ ਬਾਹਰ ਨਿਕਲ ਗਏ। ਇਸ ਮਨ ਕੇ ਟੁਕੜੇ ਹਜ਼ਾਰ हुए, ਕੋਈ यहाँ गिरा कोई वहाँ गिरा। ਉਹ ਫੁਰਨਿਆਂ ਨੇ ਸਾਨੂੰ ਖੰਡਿਆਤਾ ਦੁਨੀਆ ਦੇ ਵਿੱਚ। ਕਿੰਨੇ ਥਾਂ ਫੈਲ ਗਏ ਆਪਾਂ, ਰਿਸ਼ਤੇਦਾਰ, ਸਾਗ ਸੰਬੰਧ, ਦੋਸਤ ਮਿੱਤਰ। ਜਿੰਨੇ ਵੱਧਦੇ ਜਾਂਦੇ ਆ ਓਨੇ ਸਾਡਾ ਮਨ ਖਿੰਡਦਾ ਜਾਂਦਾ। ਕਹੋ ਸਤਨਾਮ ਸ੍ਰੀ। ਕਾਜੀ ਕਹਿੰਦਾ ਮੇਰੇ ਨਾਲ ਕਰ ਲੈਂਦਾ, ਚਲਾਕੀ ਕਰਨ ਲੱਗਿਆ ਕਾਜੀ ਕੋਲੇ ਖੜਾ। ਕਹਿੰਦਾ ਮੈਂ ਤਾਂ ਇੱਥੇ ਸੀਗਾ, ਮੈਂ ਤਾਂ ਕਿਤੇ ਨਹੀਂ ਗਿਆ ਨਾ, ਮੇਰੇ ਨਾਲ ਕਰਨੀ ਸੀ। ਪਾਤਸ਼ਾਹ ਕਹਿੰਦੇ ਕਾਹਨੂੰ ਭੇਤ ਖਿਲਾਉਣਾ ਹੈ, ਤੂੰ ਵੀ ਇੱਥੇ ਹੈ ਨਹੀਂ ਸੀਗਾ। ਕਹਿੰਦਾ ਮੈਂ ਕਿੱਥੇ ਸੀਗਾ? ਰਾਜਾ ਕਹਿਣ ਲੱਗਿਆ ਕਾਜੀ ਸਾਹਿਬ ਸੱਚੀ ਦੱਸਿਓ, ਪਹਿਲਾਂ ਨਾਨਕ ਨੇ ਮੈਨੂੰ ਬੁੱਝ ਲਿਆ। ਕਹਿੰਦਾ ਨਹੀਂ ਨਹੀਂ ਮੈਂ ਇੱਥੇ ਸੀ। ਬਾਬਾ ਜੀ ਕਹਿੰਦੇ ਰਾਜਾ ਸਾਹਿਬ ਇਹਨਾਂ ਦੇ ਘਰੇ ਨਾ ਵਿਹੜੇ ਵਿੱਚ ਖੂਹੀ ਆ। ਅੱਛਾ, ਤੇ ਰਾਤ ਇਹਨਾਂ ਦੇ ਘਰੇ ਸੋਈ ਹੈ ਘੋੜੀ, ਤੇ ਘੋੜੀ ਤਾਂ ਬਸ਼ੇਰਾ, ਤੇ ਬਸ਼ੇਰਾ ਹਜੇ ਚੰਚਲ ਹੈ, ਮੰਨਦੀ ਨਹੀਂ ਆਈ। ਤੇ ਇਹਦਾ ਮਨ ਤਾਂ ਬਸ਼ੇਰੇ ਮਗਰ ਭੱਜਿਆ ਫਿਰਦਾ ਹੈ। ਓਏ ਮੈਂ ਡਿਊਟੀ ਤੇ ਫਿਰਦਾ, ਕਿਤੇ ਬਸ਼ੇਰਾ ਖੂਹੀ 'ਚ ਨਾ ਡਿੱਗ ਪਏ। ਕਹੋ ਸਤਨਾਮ ਸੀ। ਰਾਜਾ ਕਹਿਣ ਲੱਗਿਆ ਕਿਉਂ ਕਾਜੀ ਸਾਹਿਬ ਸੱਚ ਦੱਸਿਓ, ਇੱਥੇ ਕੋਈ ਸਜ਼ਾ ਨਹੀਂ ਹੈ, ਸੱਚ ਦੱਸਿਓ, ਮਸੀਤ 'ਚ ਖੜੇ ਹਾਂ ਆਪਾਂ। ਕਹਿਣ ਲੱਗਿਆ ਜੀ ਖਿਆਲ ਤਾਂ ਵਗ ਗਿਆ ਸੀ। ਕਹਿੰਦੇ ਬਸ ਫਿਰ ਇਹ ਖਿਆਲ ਦੀਆਂ ਖੇਡਾਂ ਸਾਰੀਆਂ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ। ਅਕਥ ਕਹਾਣੀ ਜਿਹਨੇ ਜਾਣ ਲਿਆ ਉਹਨੂੰ ਕਹਿਣਾ ਨਹੀਂ ਆਇਆਗਾ, ਪਰੋਸਣਾ ਨਹੀਂ ਆਇਆਗਾ। ਜਾਣ ਤਾਂ ਲਿਆ, ਜਿਵੇਂ ਮਿੱਠਾ ਗੁੜ ਖਾ ਲਿਆ, ਉਹਦਾ ਸਵਾਦ ਲੈ ਲਿਆ ਮਿੱਠਾ। ਪਰ ਹੁਣ ਜੇ ਕੋਈ ਪੁੱਛੇ ਵੀ ਇਹ ਕਿਹੋ ਜਿਹਾ, ਤੇ ਉਹ ਇੰਨੇ ਕਹਿ ਸਕਦਾ ਮਿੱਠਾ। ਜੇ ਕਹੇ ਵੀ ਮਿੱਠੇ ਦਾ ਰੂਪ ਦੱਸ, ਹੁਣ ਮਿੱਠੇ ਦਾ ਰੂਪ ਕੌਣ ਦੱਸੇਗਾ ਵੀ? ਇਹੀ ਕਹਿਣਾ ਪਊ ਅਖੀਰ ਤੇ ਵੀ ਯਾਰ ਤੂੰ ਖਾ ਕੇ ਵੇਖ ਲਾ, ਮੈਨੂੰ ਨਹੀਂ ਪਤਾ। ਪਤਾ ਲੱਗ ਗਿਆ ਪਰ ਉਹਦੇ ਦੱਸਣ ਵਾਸਤੇ ਕੋਈ ਸ਼ਬਦ ਹੀ ਹੈ ਨਹੀਂ, ਕਿਉਂਕਿ ਉਹਦਾ ਰੂਪ ਹੀ ਕੋਈ ਨਹੀਂ ਹੈਗਾ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਨ, ਜੇ ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨੁਭਵ ਪ੍ਰਕਾਸ਼, ਉਹਨੂੰ ਅਨੁਭਵ ਕੀਤਾ ਜਾ ਸਕਦਾ। ਉਹਦਾ ਪ੍ਰਕਾਸ਼ ਜਿਹੜਾ ਸਾਡੀ ਅਨੁਭਵ ਦੇ ਵਿੱਚ ਹੈ। ਅਮਿਤੋਜ ਕਹਿਜੈ, ਉਹਦੀ ਪਾਵਰ ਬੜੀ ਹੈ। ਅਮਿਤ ਓਜ, ਕੀਮਤ ਉਹਦੀ ਬੜੀ ਹੈ, ਓਜ ਬਲ ਬੜਾ ਹੈ। ਅਜਨੀਆਂ ਕਰੇਨਾਂ ਬਣ ਗਈਆਂ, ਇਹ ਉਸੇ ਨੇ ਬਣਾਈਆਂ। ਮਨੁੱਖ ਵਿੱਚ ਇੰਨਾ ਬਲ ਨਹੀਂ ਹੈ ਕਿ ਕਿਸੇ ਪਹਾੜ ਨੂੰ ਚੱਕ ਦੇਵੇ, ਪੱਥਰ ਨੂੰ ਚੱਕ ਦੇਵੇ, ਲੇਕਿਨ ਪਰਮੇਸ਼ਰ ਨੇ ਅੰਦਰੋਂ ਫੁਰਨਾ ਦੇ ਕੇ ਇਹ ਮਸ਼ੀਨਰੀ ਬਣਾਤੀ। ਦੇਖੋ ਕਿੱਡੇ ਕਿੱਡੇ ਵੇਟ ਉਹਨਾਂ ਮਸ਼ੀਨਾਂ ਨਾਲ ਚੱਕੇ ਜਾਂਦੇ ਆ। ਤੇ ਕਿੱਥੋਂ ਲਿਆ ਇਹ ਗਿਆਨ? ਅਮਿਤ ਓਜ ਕਹਿਜੈ, ਮਨੁੱਖ ਦੇ ਅੰਦਰ ਅਨੁਭਵ ਪ੍ਰਕਾਸ਼ ਹੈ ਜਿਹੜਾ। ਪਰਮੇਸ਼ਰ ਨੇ ਮਨੁੱਖ ਸਾਇੰਸਦਾਨਾਂ ਦੇ ਅੰਦਰ
ਇੰਜ ਨਹੀਂ ਆਂਦੇ ਬਖਸ਼ਿਸ਼ ਕੀਤੀ, ਬਚਨ ਬਖਸ਼ੇ, ਹੁਕਮ ਬਖਸ਼ਿਆ, ਇੱਥੋਂ ਇਹਨੂੰ ਐਂ ਜੋੜ, ਇੱਥੋਂ ਐਂ ਜੋੜ, ਇੱਥੋਂ ਐਂ ਜੋੜ। ਉਹ ਜੋੜਦਿਆਂ ਕਰੇਨਾ JCBਆਂ ਬਣ ਗਈਆਂ। ਕੋਈ ਸਤਨਾਮ ਸ੍ਰੀ, ਕਿੰਨਾ ਕਿੰਨਾ ਵਜਨ ਚੱਕ ਲੈਂਦੀਆਂ। ਕਿਹਨੇ ਚੁਕਾਇਆ ਇਹ? ਉਸ ਅਮਿਤੋਜ ਨੇ, ਜਿਹਦੀ ਕੀਮਤ ਤੇ ਜਿਹਦੇ ਓਜ ਦਾ ਕੋਈ ਅੰਤ ਨਹੀਂ। ਮੂਹਰੇ ਆੜਾ ਲਾਤਾ। ਮਿੱਤ ਪਲੱਸ ਓਜ, ਮਿੱਤ ਕੀਮਤ, ਓਜ ਬਲ, ਮੂਹਰੇ ਆੜਾ ਲਾ ਕੇ ਸ਼ਬਦ ਉਲਟਾਤਾ। ਜਿਹਦੀ ਕੀਮਤ ਦਾ ਨਹੀਂ ਪਤਾ, ਜਿਹਦੇ ਬਲ ਦਾ ਨਹੀਂ ਪਤਾ ਕਿੰਨਾ। ਕਹੋ ਸਤਨਾਮ ਸ੍ਰੀ। ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸਾਹੋ, ਕਰੋੜਾ ਇੰਦਰ। ਤੁਸੀਂ ਇੱਕ ਇੰਦਰ ਨੂੰ ਜਾਣਦੇ ਹੋਗੇ। ਇੱਕ ਦਿਨ ਵਸ਼ਿਸ਼ਟ ਮੁਨੀ ਤੇ ਰਾਮਚੰਦਰ ਬੈਠੇ ਹੈ, ਗੁਰੂ ਚੇਲਾ। ਰਾਮਚੰਦਰ ਨੇ ਸਿੱਖਿਆ ਲਈ ਹੈ ਵਸ਼ਿਸ਼ਟ ਮੁਨੀ ਤੋਂ, ਤੇ ਵਸ਼ਿਸ਼ਟ ਮੁਨੀ ਬੈਠੇ ਬੈਠੇ ਹੱਸੀ ਜਾਂਦੇ ਆ। ਰਾਮ ਜੀ ਕਹਿੰਦੇ ਕੀ ਗੱਲ ਮੈਂ ਹੱਸ ਰਹੇ ਹੋ? ਕਹਿੰਦੇ ਬਸ ਵੈਸੇ ਹੀ ਆ, ਕੀੜੇ ਕੰਨੀ ਵੇਖ ਕੇ। ਕਹਿੰਦੇ ਕੀੜੇ ਕੰਨੀ ਵੇਖ ਕੇ ਹੱਸਣ ਵਾਲੀ ਕਿਹੜੀ ਗੱਲ ਆ? ਫਿਰ ਵੀ ਵਸ਼ਿਸ਼ਟ ਮੁਨੀ ਕਹਿੰਦਾ ਰਾਮ ਜੀ ਇਹ ਕੀੜਾ ਨਾ ਕਈ ਵਾਰੀ ਇੰਦਰ ਦਾ ਰਾਜ ਭੋਗ ਚੁੱਕਿਆ ਤੇ ਹਜੇ ਦੀ ਲਾਲਸਾ ਗਈ ਨਹੀਂ। ਆ ਹੁਣ ਕੀੜਾ ਨਰਕਾਂ ਦਾ ਬਣ ਗਿਆ, ਹੁਣ ਫੇਰ ਇੰਦਰ ਦੀ ਪਦਵੀ ਭਾਲਦਾ। ਕੋਈ ਸਤਨਾਮ ਸੀ। ਤਾਂ ਮੈਂ ਹੱਸਦਾ ਕਿ ਬੰਦੇ ਦੀ ਲਾਲਸਾ ਨਹੀਂ ਮਰਦੀ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਅੱਗੇ ਚੱਲੀਏ। ਮਨ ਤੇ ਉਪਜੈ, ਇਹ ਜੀਵ ਦੇ ਖਿਆਲ ਮਨ ਵਿੱਚੋਂ ਪੈਦਾ ਹੋਏ। ਮਨੁੱਖ ਦੇ ਮਨ 'ਚੋਂ ਖਿਆਲ ਪੈਦਾ ਹੋਇਆ ਬਈ ਸ਼ਾਦੀ ਹੋ ਗਈ, ਹੁਣ ਸਾਡੇ ਬੱਚਾ ਹੋਵੇ। ਉਹਨਾਂ ਖਿਆਲਾਂ ਨੇ ਹੀ ਅੱਗੇ ਗੁਰੂ ਪਿਆਰਿਓ ਚੱਲ ਕੇ ਸਾਡੇ ਬੱਚੇ ਪੈਦਾ ਕਰ ਦਿੱਤੇ। ਕਹੋ ਸਤਨਾਮ ਸੀ। ਸਰੀਰ ਪੈਦਾ ਹੋ ਗਏ, ਸਰੀਰਾਂ ਵਿੱਚ ਰੂਹਾਂ ਪਰਮੇਸ਼ਰ ਨੇ ਪਾਤੀਆਂ, ਜੋਤਾਂ ਉਹਨੇ ਰੱਖਤੀਆਂ। ਮਨ ਤੇ ਉਪਜੈ ਮਨ ਮਾਹੇ ਸਮਾਏ। ਹੁਣ ਇਹਨਾਂ ਖਿਆਲਾਂ ਨੂੰ ਪਾਤਸ਼ਾਹ ਕਹਿੰਦੇ ਮਨ 'ਚ ਇਕੱਠੇ ਕਰ ਲਓ। ਤੁਸੀਂ ਸਵਾਲ ਜਿਹੜੇ ਕੀਤੇ ਆ ਨਾ 6-7 ਮੈਨੂੰ, ਇਹਨਾਂ ਦੇ ਜਵਾਬ ਤਾਂ ਮੈਂ ਦੇ ਦੂੰ। ਵੈਸੇ ਨਾਮ ਜਪ ਲਓ, ਨਿਸ਼ਕਾਮ ਹੋ ਜਾਓ, ਜਿੱਥੋਂ ਆਇਓ ਉੱਥੇ ਮਿਲ ਜਾਓਗੇ। ਕਹੋ ਸਤਨਾਮ। ਨਰ ਹਰ ਨਾਮ ਨਰ ਹਰ ਨੇ ਕਾਮ ਰਹਾਓ। ਮਨ ਤੇ ਉਪਜੈ ਮਨ ਮਾਹੇ ਸਮਾਏ। ਇਹ ਜੀਵ ਮਨ ਦੇ ਵਿੱਚੋਂ ਫੁਰਨੇ ਬਣਾ ਕੇ ਨਿਕਲਿਆ ਤੇ ਅਨੇਕਾਂ ਚੱਕਰਾਂ 'ਚ ਪੈ ਗਿਆ। ਕਈ ਵਾਰੀ ਮੈਂ ਦੁਖੀ ਹੋਏ ਸੁਣਦੇ ਵੇਖੇ ਆ, ਐਦੂ ਤਾਂ ਵਿਆਹ ਹੀ ਨਾ ਕਰਾਉਂਦੇ, ਪਰ ਪਹਿਲਾਂ ਪਤਾ ਨਹੀਂ ਸੀਗਾ ਵੀ ਇੰਨਾ ਚੱਕਰ ਪੈ ਜਾਊਗਾ। ਕਹੋ ਸਤਨਾਮ ਸੀ। ਪਰ ਵਿਆਹ ਤਾਂ ਕੁਦਰਤੀ ਖੇਡ ਹੈ, ਸੰਸਾਰ ਨੂੰ ਭਰੇ ਰੱਖਣ ਵਾਸਤੇ ਹੈ। ਇਸੇ ਮਨ ਦੇ ਵਿੱਚੋਂ ਜਦੋਂ ਅਸੀਂ ਚੰਗੇ ਚੰਗੇ ਫੁਰਨਿਆਂ ਨੂੰ ਪੈਦਾ ਕਰਾਂਗੇ ਤਾਂ ਉਹ ਚੰਗੇ ਫੁਰਨੇ ਸਾਨੂੰ ਚੰਗੇ ਪਾਸੇ ਵੀ ਲਿਜਾ ਸਕਦੇ ਆ। ਜਿਸ ਤਰ੍ਹਾਂ ਕਿਸਾਨ ਨੇ ਬੀਜ ਬੀਜਿਆ, ਹੁਣ ਉਗਰ ਕੇ ਉਹ ਫਲ ਦਿੰਦਾ ਜਾਂ ਉਹਨੂੰ ਕੀੜਾ ਲੱਗ ਜਾਂਦਾ, ਇਹ ਤਾਂ ਰੱਬ ਹੀ ਜਾਣਦਾ ਹੈ। ਬੱਚੇ ਅਸੀਂ ਪੈਦਾ ਕੀਤੇ ਆ, ਬਹੁਤ ਸਾਰੇ ਬੱਚੇ ਪੈਦਾ ਹੋ ਕੇ ਚੰਗੇ ਰਸਤੇ ਪੈ ਗਏ, ਬਹੁਤ ਸਾਰੇ ਬੱਚੇ ਨਸ਼ਿਆਂ 'ਚ ਪੈ ਗਏ, ਉਹਨਾਂ ਨਸ਼ਿਆਂ ਦਾ ਕੀੜਾ ਲੱਗ ਗਿਆ, ਵਿਸ਼ੇ ਵਿਕਾਰਾਂ 'ਚ ਪੈ ਗਏ, ਉਹਨਾਂ ਨੇ ਦੁੱਖ ਦੇਤਾ ਮਾਂ ਪਿਓ ਨੂੰ। ਕੋ ਸਤਨਾਮ ਸ੍ਰੀ। ਇੱਥੇ ਫਿਰ ਇਹੀ ਕਹਿਣਾ ਪੈਂਦਾ ਵੀ ਉਹਦੀ ਕਰਮ ਹੀ ਐਸੇ ਹੋਣਗੇ। ਵਾਕਿਆ ਹੀ ਇਹ 'ਚ ਕੋਈ ਸ਼ੱਕ ਨਹੀਂ। ਵੈਸੇ ਕਰਮ ਬਦਲਿਆ ਵੀ ਜਾ ਸਕਦਾ। ਗੁਰੂ ਪਾਤਸ਼ਾਹ ਜੀ ਨੇ ਬਾਣੀ ਪੜ੍ਹੀ ਸੀ ਨਾ, ਲੇਖ ਨ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਤਾਂ ਉੱਥੇ ਰਾਜੇ ਨੇ ਕੀਤਾ ਸੀ ਸ਼ੰਕਾ, ਫਿਰ ਇੱਥੇ ਆਉਣ ਦਾ ਕੀ ਫਾਇਦਾ ਜੇ ਲਿਖੇ ਹੋਏ ਲੇਖ ਮਿਟਦੇ ਨਹੀਂ। ਤੇ ਗੁਰੂ ਅਰਜਨ ਦੇਵ ਜੀ ਨੇ ਕਲੀਅਰ ਕਰਕੇ ਵਿਖਾਤਾ ਸੀਗਾ ਬਈ ਤੂੰ ਇੱਕ ਜਨਮ ਇਹੋ ਜਿਹਾ ਕਗਾਲੀ 'ਚ ਕੱਟਣਾ ਸੀਗਾ, ਸੂਰਾਂ ਵਾਲਿਆਂ ਦੇ ਘਰੇ ਪੈਦਾ ਹੋ ਕੇ ਸੂਰ ਚਾਰਨੇ ਸੀ, ਬੱਚੇ ਪੈਦਾ ਕਰਨੇ ਸੀ, ਇੱਥੇ 100 ਸਾਲ ਦੀ ਜ਼ਿੰਦਗੀ ਬਤੀਤ ਕਰਨੀ ਸੀ ਤੂੰ। ਪਰ ਤੂੰ ਸਾਡੀ ਸ਼ਰਨ ਵਿੱਚ ਆ ਗਿਆ, ਗੁਰੂ ਨਾਨਕ ਦੇ ਚਰਨ 'ਚ ਆ ਗਿਆ, ਤੇਰਾ ਇਹ ਜਨਮ ਅਸੀਂ ਸੁਪਨੇ ਵਿੱਚ ਹੀ ਕੱਟ ਦਿੱਤਾ। ਕਹੋ ਸਤਨਾਮ। ਬਦਲੇ ਜਾ ਸਕਦੇ ਆ ਲੇਖ, ਚੰਗੀ ਸੰਗਤ ਮਿਲ ਜੇ ਤੇ ਮਾੜੇ ਲੇਖ ਬਦਲੇ ਜਾ ਸਕਦੇ ਆ, ਕਿਉਂਕਿ ਨਾਮ ਦੀ ਕੰਨੀ ਐਨੀ ਪਾਵਰ ਰੱਖਦੀ ਆ, ਨਾਮ ਦੀ ਤਾਕਤ। ਜਿੰਨੀ ਲੱਖ ਮਨ ਮੜੀਆਂ ਕਰ ਇਕੱਠੇ ਏਕ ਰੱਤੀ ਲੈ ਪਾਹੇ। ਲੱਖਾਂ ਮਨ ਲੱਕੜਾਂ ਦਾ ਢੇਰ ਹੋਵੇ ਤੇ ਉਹਨੂੰ ਅੱਗ ਕਿੰਨੀ ਚਾਹੀਦੀ ਆ? ਇੱਕੋ ਡੱਬੀ ਦੀ ਸਿੱਖ ਵਾਧੂ ਹੈ। ਕਹੋ ਸਤਨਾਮ ਸ੍ਰੀ। ਸਾਰੀਆਂ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ। ਇਸੇ ਤਰ੍ਹਾਂ ਸਾਡੇ ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮ, ਮਾੜੇ ਖਿਆਲ, ਮਾੜੇ ਪਾਪ, ਮਾੜੀ ਸੋਚ ਚੰਗੀ ਸੰਗਤ ਮਿਲਣ ਕਰਕੇ ਇਉਂ ਹੀ ਖਤਮ ਹੋ ਜਾਂਦੀ ਆ। ਨਾਮ ਦੇ ਵਿੱਚ ਇੰਨੀ ਪਾਵਰ ਆ, ਚੰਗੀ ਸੰਗਤ ਦਾ ਇਹ ਫਾਇਦਾ ਹੈ
जे बच्चों नूं चंगी संगत मिल जे तो नशियां तो बच जाण तो फिर क्यों माड़े पासे जाणगे, क्यों मरनगे, क्यों वो नशियां नाल जिंदगियां बर्बाद करनगे। माड़ी संगत मिल गई, उन्होंने माड़ी सोच मिल गई तो माड़े पासे चल के आप भी दुखी तो अपने माँ प्यो नूं भी दुखी करता उन्होंने। गुरु कृपा करन अगे चलीए। मन ते उपजै, जिहड़े साडे मन विचों माड़े ख्याल पैदा होंदे न, चंगे ख्याल पैदा होंदे आ, इन्हां नूं इत्थे ही संभालो। इहनूं कहंदे आ सहज अवस्था। सहज का मतलब है जिथे कोई फुरना नहीं, जिथे परमेश्वर पहला बैठा सी, जिथे आपां उहदे विच समाए होए सी। अरबद नरबद धुंधु कारा, धन न गगना हुक्म पारा, ना दिन रैन न चंद न सूरज, सुन समाध लगाएंदा। जिथे आपां उदों बैठे सी, उत्थे जाण वास्ते सानूं लोड़ है सिमरन दी। वाहिगुरू 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 वाहिगुरू। इउं अपनी जिहड़ी खिंडी हुई सुरत आ उहनूं हौली हौली इकट्ठा किया जा सकदा। जिवें जिवें इकट्ठी हुंदी जाऊगी, नौवें पातशाह जी कहंदे जे तू बहुता ही चतुर सजान, बहुता ही सियाणा है ना, तो आह काम कर, आ होर छड्ड दे काम, आह काम कर। किहड़ा? जह ते उपजियो नानका, लीन ताहे मैं मान। मन ते उपजे मन माहे समाए। ये जीव मन दे विचों निकलिया, फुरना बनाया। मैं बच्चे पालने सीगे, मरदा मरदा कहना बच्चे पालने से, कहने चल फिर सूर बन जा। तो कित्थों 84 लाख जून बनी? मनुख के ख्यालों तो ही पैदा करती। कहो सतनाम श्री। प्रीतम जी कहते गुरमुख मुख तो बंध न पाए। मन विचों फुरने बना के जीव फस गया, फुरनियां नूं खत्म कर लवे, मन दे विच वापस चलिया जावे, गुरु वाला बन जे, गुरमुख बन जे, मुक्त हो सकदा है, बंधन चों निकल सकदा। शब्द विचार छुटै हर नाए। नाम जपे ते गुरु की गल की विचार करे। ये गुरबाणी विचारन वास्ते है, केवल खाना पूर्ति नहीं करनी, केवल कर्म कांड नहीं करना। आपां भी हाँ भी पाठ रखा दो तो भोग ते मत्था टेक के आवांगे, बस ठीक आ, इन्ने नाल नहीं सरना गा। ये बाणी साडी जिंदगी दे लई गाइडेंस है, मार्गदर्शन करने वास्ते लिखी गई है। ये बाणी केवल खाना पूर्ति लई नहीं है। सुनिया मनिया मन कीता भाओ, ते लेखे च किहड़ी गल आउणी है? जिहड़ी समझ लई ते जिहड़ी जीवन विच धारण कर लई। पढ़ो बाणी दे विचों आसा जी की वार रोज़ सुनते हैं। पातशाह ने ऐसे करके ही आसा जी की वार का रोज़ कीर्तन करने का हुक्म दिता कि कदे ना कदे शायद इहनूं समझ आ जाए मेरी गल दी। नहीं तो फिर पढ़ पढ़ गड्ढे लद्दी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात, पढ़ी है जेते बरस बर जिन्नी जिंदगी पढ़ी जाओ, पढ़ी है जेते वर्ष वर्ष, पढ़ी है जेते सास आखिरी सवासां तक पढ़ी जाओ। जे गल विचारनी नहीं फिर कोई फायदा नहीं होना। पढ़ी है जेते सास नानक लेखा एक गल होर, हौं मैं झखना झाक, बाकी सब हंकार की भड़काई है। झखना झाक हुंदा है एवें बोली जाना, बाकी सब हंकार है, हंकार की पकाई है। प्रीतम जी अगे बख्शिश करते हैं, गुरमुख मुख तो बंध न पाए। जिहड़ा गुरमुख है, गुरु दे लड़ लग गया, गुरमत अनुसार चल पिया सिखो, वो बंधन चों निकल जाएगा। क्यों बाधियो क्यों मुक्ति पाए? बच गया मन दे फुरनियां करके, मुक्त हो सकता है फुरनियां नूं वापस खत्म करके। कहो सतनाम श्री। फुरनियां करके फसे है ना, माड़े फुरनियां करके जीव जिहड़ा है जदों भटकदा है तो उदों ये फस जाता है, तो जदों ये फुरनियां तो निकल के शब्द वाल आ जाता है उदों ये निकल जाता है। गुरमुख मुक्तो बंध न पाए, पर शर्त है शब्द विचार छुटै हर नाए। शब्द नूं विचार के हरि दे नाम नूं जप के ये मुक्त हो सकता है। प्रीतम जी अगे बख्शिश करते हैं, नहीं तां तरवर पंखी बहु निसबास। ये संसार जिहड़ा है एक दरखत की न्याई है,
ਤੇ ਇਸ ਦੇ ਉੱਤੇ ਅਸੀਂ ਆ ਕੇ ਬੈਠਦੇ ਹਾਂ। ਜੀਵ ਜਿਵੇਂ ਦਰਖਤ ਉੱਤੇ ਆ ਕੇ ਪੰਛੀ ਬੈਠਦੇ ਆ, ਰਾਤ ਉੱਥੇ ਕੱਟਦੇ ਹੈ ਤੇ ਮਨ ਦੇ ਵਿੱਚ ਗੁਰੂ ਪਿਆਰਿਓ ਫਲ ਦਾ ਖਿਆਲ ਹੁੰਦਾ ਹੈ ਤੇ ਫਲਾਂ ਦੇ ਖਿਆਲ ਨੂੰ ਲੈ ਕੇ ਫਿਰ ਤੜਕੇ ਉਹ ਜੀਵ ਆਕਾਸ਼ ਵੱਲ ਤੱਕਦੇ ਆ, ਜਾਂਦੇ ਆ। ਅਸੀਂ ਵੀ ਜਦੋਂ ਕਿਸੇ ਵਸਤੂ ਦਾ ਫਲ ਲੈਣਾ ਤਾਂ ਅਰਦਾਸ ਕਰਦੇ ਹਾਂ, ਮਹਾਰਾਜਾ ਕਾਰਜ ਕੀਤਾ ਹੈ, ਕਾਰਜ ਪੂਰਾ ਹੋ ਜੇ। ਕਿਸਾਨ ਫਸਲ ਬੀਜਦਾ ਹੈ, ਹੁਣ ਉਹਦੀ ਵਾਹ ਕੋਈ ਨਹੀਂ ਚੱਲਦੀ, ਉਹਦੇ ਹੱਥ ਖੜੇ ਹੈ, ਉਹ ਬਸ ਪਰਮੇਸ਼ਰ ਅੱਗੇ ਅਰਦਾਸਾਂ ਕਰਦਾ ਹੈ, ਇਹਨੂੰ ਫਲ ਤੂੰ ਲਾਉਣਾ, ਮੈਂ ਕਰਮ ਕਰਤਾ, ਫਲ ਪਰਮੇਸ਼ਰ ਨੇ ਦੇਣਾ। ਕਹੋ ਸਤਿਨਾਮ ਸੀ। ਬਹੁਤ ਸਾਰੇ ਬੱਚੇ ਪੜ੍ਹਾਈਆਂ ਕਰਕੇ ਆਉਂਦੇ ਆ, ਪੇਪਰ ਦੇ ਆਉਂਦੇ ਆ, ਫਿਰ ਆਪਾਂ ਇੱਥੇ ਆਪਣੇ ਧਰਮ ਮੁਤਾਬਕ ਕੋਈ ਮੰਦਰਾਂ ਵਿੱਚ ਜਾ ਕੇ, ਕੋਈ ਗੁਰੂ ਘਰ ਵਿੱਚ ਜਾ ਕੇ, ਕੋਈ ਮਸੀਤ ਵਿੱਚ ਜਾ ਕੇ ਆਪਣੀ ਅਰਦਾਸ ਬੇਨਤੀ ਕਰਦਾ, ਜੀ ਫਲ ਲਾ ਦਿਓ, ਮੈਂ ਪੜ੍ਹਾਈ ਕੀਤੀ, ਪਾਸ ਹੋ ਜਾ, ਵਧੀਆ ਨੰਬਰ ਆ ਜਾਣ। ਮਲ ਜੇ ਤੂੰ ਪੜ੍ਹੇ ਤੇ ਨੰਬਰ ਆਉਣਗੇ, ਪਰ ਫਿਰ ਵੀ ਗੁਰੂ ਨੂੰ ਕਹਿਣਾ ਚਾਹੀਦਾ, ਕਹਿਣਾ ਬਣਦਾ। ਆਪਾਂ ਕਹਿੰਦੇ ਆ ਕੇ ਕਰਮ ਕਰ ਦਰਿਆ ਮੈਂ ਡਾਲ, ਨੇਕੀ ਕਰ ਦਰਿਆ ਮੈਂ ਡਾਲ, ਚੰਗੇ ਕਰਮ ਕਰ ਭੁੱਲ ਜਾ, ਉਹਦਾ ਫਲ ਜ਼ਰੂਰ ਮਿਲੂਗਾ। ਬੀਜ ਧਰਤੀ ਵਿੱਚ ਡਿੱਗ ਗਿਆ, ਆਪੇ ਡਿੱਗ ਗਿਆ, ਚਾਹੇ ਬੀਜਿਆ, ਉਹਨੇ ਜ਼ਰੂਰ ਉਗਰਨਾ ਇੱਕ ਦਿਨ। ਕਹੋ ਸਤਿਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਜਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਦਰਖਤ ਉੱਤੇ ਪੰਛੀ ਬੈਠਦੇ ਹਨ, ਰਾਤ ਕੱਟਦੇ ਆ, ਇਕੱਠੇ ਹੋ ਕੇ ਵਸਣਾ ਕਰਦੇ ਹੈ, ਸੰਸਾਰ ਰੂਪੀ ਦਰਖਤ ਉਸੇ ਤਰ੍ਹਾਂ ਹੀ ਅਸੀਂ ਮਨੁੱਖ ਰੂਪੀ ਜੀਵ ਆਏ ਹਾਂ। ਸਾਜ ਬਿਹਾਗ ਤੱਕੇ ਆਗਾਸ, ਸੁਬਾਹ ਸ਼ਾਮ ਅਸੀਂ ਆਕਾਸ਼ਾਂ ਵੱਲ ਦੇਖਦੇ ਹਾਂ, ਉੱਪਰ ਵੱਲ ਕਈ ਵਾਰੀ ਵੇਖ ਕੇ ਆਪਾਂ ਅਰਦਾਸ ਕਰਦੇ ਹਾਂ, ਕਿਉਂਕਿ ਸਾਡਾ ਖਿਆਲ ਹੈ ਰੱਬ ਕਿਤੇ ਉੱਪਰ ਹੈ, ਰੱਬ ਬਹੁਤ ਵੱਡਾ, ਬੜਾ ਵਿਸ਼ਾਲ ਹੈ, ਜੈਸਾ ਆਕਾਸ਼ ਹੈ ਵੈਸਾ ਪਰਮੇਸ਼ਰ ਹੈ। ਤਾਂ ਇਸੇ ਤਰ੍ਹਾਂ ਹੀ ਜਿਵੇਂ ਉਹ ਪੰਛੀ ਆਕਾਸ਼ਾਂ ਦੇ ਬੈਠ ਕੇ ਉੱਪਰ ਝਾਕ ਕੇ ਫਲਾਂ ਦੀ ਆਸ ਰੱਖਦੇ ਹੈ, ਉਸੇ ਤਰ੍ਹਾਂ ਇਹ ਮਨੁੱਖ ਹੈ ਜਿਹੜਾ ਦਿਨ ਰਾਤ ਉਸ ਪਰਮੇਸ਼ਰ ਦੇ ਵੱਲ ਖਿਆਲ ਰੱਖੇ, ਉਹਦੇ ਨਾਲ ਜੁੜਿਆ ਰਹੇ, ਕਿਉਂਕਿ ਉਸੇ ਨੇ ਹੀ ਸਾਨੂੰ ਕਰਮਾਂ ਦਾ ਫਲ ਦੇਣਾ, ਚੰਗੇ ਕਰਮ ਦਾ ਫਲ। ਆ ਫਸਲਾਂ ਅੱਜ ਕੱਲ੍ਹ ਬੀਜਦੇ ਹਾਂ, ਕਈ ਵਾਰੀ ਬੜੀ ਮਿਹਨਤ ਕਰਕੇ ਅਸੀਂ ਕਪਾਹ ਨਰਮਾ ਬੀਜਿਆ, ਉਹਨੂੰ ਸੁੰਡੀ ਪੈ ਗਈ, ਇਹ ਕਰਮ ਦਾ ਫਲ ਆ, ਬੀਜ ਮਾੜਾ ਆ ਗਿਆ ਸਾਡਾ। ਤੋ ਕਹਿਣ ਤੋਂ ਭਾਵ ਹੈ ਗੁਰੂ ਕਿਰਪਾ ਕਰਨ, ਜੇ ਗੁਰੂ ਚਾਹੇ ਅਸੀਂ ਉਸ ਨੂੰ ਯਾਦ ਰੱਖੀਏ, ਹਰ ਪਲ ਉਹਨੂੰ ਯਾਦ ਰੱਖੀਏ। ਅੱਜ ਕੱਲ੍ਹ ਤਾਂ ਭੱਜੇ ਜਾਂਦੇ ਬੀਜ ਦੇ ਦਿੰਦੇ ਜ਼ਿਮੀਂਦਾਰ, ਟਰੈਕਟਰ ਦੇ ਮਗਰ ਪਾਇਆ ਬੀਜ, ਭਜਾ ਕੇ ਕੱਢਤਾ। ਪਰ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਬੀਜਣ ਦਾ ਢੰਗ, ਜ਼ਿਮੀਂਦਾਰ ਜ਼ਮੀਨ ਨੂੰ ਤਿਆਰ ਕਰਕੇ ਸੁਹਾਗਾ ਮਾਰ ਕੇ ਜਦੋਂ ਭਲ ਬਣ ਜਾਂਦੀ ਉਹਦੇ ਵਿੱਚ ਫਿਰ ਬੀਜਣ ਲੱਗਿਆ, ਬੀਜ ਲੈ ਕੇ ਖੇਤ ਜਾਂਦਾ ਹੈ, ਔਰ ਬੀਜਣ ਤੋਂ ਪਹਿਲਾਂ ਪਰਮੇਸ਼ਰ ਨੂੰ ਮਨਾਉਂਦਾ, ਗੁਰੂ ਨੂੰ ਯਾਦ ਕਰਦਾ, ਔਰ ਫਿਰ ਹਲ ਜੋੜ ਕੇ ਜਦੋਂ ਹਲ ਦੇ ਪੋਰ 'ਤੇ ਮੁੱਠੀ ਦਾਣਿਆਂ ਵਾਲੀ ਧਰਦਾ ਹੈ ਤੇ ਉਹਦੇ ਅੰਦਰ ਭਾਵਨਾ ਕੀ ਹੈ, ਜਿਹੜੀ ਗੱਲ ਸਾਨੂੰ ਸਤਿਗੁਰ ਨੇ ਦੱਸੀ ਹੈ ਉਹੀ ਉਦੋਂ ਦੁਨੀਆ ਕਰਦੀ ਸੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਜ਼ਿਮੀਂਦਾਰ ਕੀ ਕਹਿੰਦਾ ਸੀਗਾ, ਰਾਹੀ ਪਾਲੀ ਦਾ ਦੇਈ, ਰਾਹੀ ਆਉਂਦੇ ਜਾਂਦਿਆਂ ਨੂੰ ਵੀ ਇੱਥੋਂ ਖੁਰਾਕ ਮਿਲ ਜੇ। ਪਾਲੀ ਜਿਹੜੇ ਮੇਰੇ ਨਾਲ ਸੀਰੀ ਆ, ਦਿਹਾੜੀਏ, ਇਹਨਾਂ ਦਾ ਹਿੱਸਾ ਵੀ ਇਹ ਫਸਲ ਵਿੱਚ ਪਾ ਦੀ। ਰਾਹੀ ਪਾਲੀ ਦਾ ਦੇਈ, ਚਿੜੀ ਜਨੌਰ ਦਾ ਦੇਈ, ਰਾਹੀ ਪਾਂਧੀ ਦਾ ਦੇਈ। ਐਦਾਂ ਕਰਕੇ ਉਹ ਪਤਾ ਨਹੀਂ ਕਿੰਨੇ ਜਣਿਆਂ ਦੇ ਹਿੱਸੇ ਦਾ ਮੰਗਦਾ, ਤੇ ਵਾਕਿਆ ਹੀ ਪਰਮੇਸ਼ਰ ਦਿੰਦਾ ਹੀ ਹੈ। ਔਰ ਸਾਡੇ ਦਾਣਿਆਂ ਦੇ ਵਿੱਚ ਪਤਾ ਨਹੀਂ ਕਿਹਦਾ ਕਿਹਦਾ ਹਿੱਸਾ ਹੈ। ਕਹੋ ਸਤਿਨਾਮ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਿਹਨੇ ਬੀਜੇ ਆ, ਕਿਹਨੇ ਪੈਦਾ ਕੀਤੇ ਆ, ਖਾਂਦਾ ਕੌਣ ਹੈ? ਆਪਾਂ ਲੰਗਰ ਛਕਦੇ ਆ ਨਾ, ਇਹ ਦਾਣੇ ਪਤਾ ਨਹੀਂ ਕਿੱਥੋਂ, ਕਿਹਨੇ ਬੀਜੇ, ਕਿਹਨੇ ਲਿਆਂਦੇ, ਕਿਹਨੇ ਉਹਨਾਂ ਨੂੰ ਪੀਸਿਆ, ਕਿਹਨੇ ਆਟਾ ਬਣਾਇਆ ਤੇ ਕਿਹਨੇ ਪਕਾਇਆ, ਤੇ ਖਾਂਦਾ ਕੌਣ ਹੈ? ਇਹ ਵੀ ਬਚਨ ਬਾਣੀ 'ਚ ਲਿਖੇ ਹੋਏ ਆ ਸਾਰੇ। ਬਾਣੀ 'ਚੋਂ ਕਿਹੜੀ ਚੀਜ਼ ਨਹੀਂ ਲਿਖੀ ਹੋਈ ਗੁਰੂ ਪਿਆਰਿਓ? ਗੁਰੂ ਪਾਤਸ਼ਾਹ ਕਹਿੰਦੇ ਇਹ ਜੀਵ ਉਸ ਪਰਮੇਸ਼ਰ ਦੇ ਵੱਲ ਆਸ ਰੱਖੇ ਤੇ ਆਨੰਦ ਪ੍ਰਾਪਤ ਕਰ ਸਕਦਾ ਹੈ। ਪਰ ਜਦੋਂ ਇਹ ਵਿਸ਼ੇ ਵਿਕਾਰਾਂ ਵਿੱਚ ਹੀ ਪਿਆ ਰਹਿੰਦਾ ਹੈ, ਸੰਸਾਰ ਦੀਆਂ ਵਸਤੂਆਂ ਦੇ ਵੱਲ ਹੀ ਧਿਆਨ ਰੱਖਦਾ ਹੈ, ਸੁਖ ਦੁਖੀਆ ਮਨ ਬਹੁ ਵਿਨਾਸ਼, ਇਸ ਤਰ੍ਹਾਂ ਸੁਖੀ ਦੁਖੀ ਹੁੰਦਾ ਰਹਿੰਦਾ ਹੈ ਮਨ ਦੇ ਮੋਹ ਕਰਕੇ। ਗੁਰੂ ਪਿਆਰਿਓ, ਇਸੀ ਪੰਜਵਾਂ ਸਵਾਲ ਸਤਿਗੁਰਾਂ ਦਾ ਕਹਿੰਦੇ ਇਹ ਮਨੁੱਖ ਜਿਹੜਾ ਹੈ, ਜਿਹੜਾ ਪੰਜਵਾਂ ਸਵਾਲ ਕੀਤਾ ਸੀਗਾ ਮਹਾਰਾਜ, ਇਹ ਕਿਵੇਂ ਮੁਕਤ ਹੋਵੇ? ਕਹਿੰਦੇ ਬਸ ਪਰਮੇਸ਼ਰ ਵੱਲ ਧਿਆਨ ਰੱਖ ਕੇ।
ਸਾਜ ਬਿਹਾਗ ਤੱਕੈ ਆਗਾਸ। ਸੁਬਹ ਸ਼ਾਮ 24 ਘੰਟੇ ਪਰਮੇਸ਼ਰ ਦਾ ਖਿਆਲ ਰੱਖੇ, ਉਹਦੇ ਨਾਲ ਜੁੜਿਆ ਰਹੇ। ਇਸੇ ਤਰ੍ਹਾਂ ਹੀ ਜੀਵ ਜਿਹੜਾ ਹੈ ਪਰਮੇਸ਼ਰ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ। ਨਾਮ ਸੰਜੋਗੀ, ਪਰਮੇਸ਼ਰ ਕਿਰਪਾ ਕਰਦਾ, ਫਿਰ ਨਾਮ ਦੇ ਨਾਲ ਜੋੜਦਾ ਹੈ। ਤੇ ਨਾਮ ਲੈਣ ਵਾਸਤੇ ਸਾਨੂੰ ਗੁਰੂ ਕੋਲੇ ਜਾਣਾ ਪੈਂਦਾ। ਇਸ ਕਰਕੇ ਪਰਮੇਸ਼ਰ ਗੁਰੂ ਨੂੰ ਬੁਲਾਉਂਦਾ ਹੈ। ਕਦੋਂ? ਪੂਰਬ ਕਰਮ ਅੰਕਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਚੰਗੇ ਭਾਗਾਂ ਦਾ ਬੀਜ ਉਗੜਦਾ। ਹੁਣ ਚੋਰ ਨੇ ਚੋਰੀ ਕੀਤੀ ਆ ਤੇ ਬੀਜ ਉਹਨੇ ਵੀ ਬੀਜਤਾ, ਤੇ ਜਿੱਦੇ ਉਹ ਬੀਜ ਉਗਰਿਆ ਉਹਦੇ ਕੀ ਦੇਊਗਾ ਭਲਾ? ਉਹ ਜੇਲ੍ਹ, ਸਜ਼ਾ, ਡਾਂਗਾਂ ਹੀ ਪੈਣਗੀਆਂ। ਕਈ ਵਾਰੀ ਤਾਂ ਬੀਜ ਚੋਰੀ ਦਾ ਉਹਦੀ ਉਗਰਿਆ ਆ, ਜਦ ਪਾੜ ਤੇ ਫੜਿਆ ਗਿਆ ਤੇ ਵੇਖਣ ਵਾਲਾ ਹਰੇਕ ਹੀ ਲੱਤ ਮਾਰ ਕੇ ਜਾਂਦਾ, ਇਹ ਚੋਰੀ ਕਰਦਾ ਸੀਗਾ। ਜੇ ਚੰਗਾ ਕਰਮ ਕਰਾਂਗੇ ਤੇ ਸ਼ਾਬਾਸ਼ੀ ਮਿਲੇਗੀ, ਦੁਨੀਆ ਵੀ ਚੰਗਾ ਕਹੇਗੀ, ਪਰਿਵਾਰ ਵੀ ਚੰਗਾ ਕਹੇਗਾ। ਮਾੜੇ ਕੰਮ ਕਰਾਂਗੇ ਤੇ ਫਿਰ ਉਹਦੀਆਂ ਲਾਹਨਤਾਂ ਮਿਲਣਗੀਆਂ। ਪ੍ਰੀਤਮ ਜੀ ਨੇ ਲਿਖਿਆ ਬਚਨ ਇਹ, 100 ਉਲਾਹਮੇ ਦਿਨੇ ਕੇ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਇਹ ਜੀਵ ਹੰਸ ਜਿਹੜਾ ਸੀਗਾ, ਜਿਸ ਦੀ ਚੋਗ ਸੀ ਮੋਤੀ, ਹੰਸ ਦੀ ਚੋਗ ਮੋਤੀ ਆ, ਤੇ ਇਹ ਜੀਵ ਹੰਸ ਦੀ ਚੋਗ ਇਹ ਸ਼ਬਦ ਹੈ, ਗੁਰਬਾਣੀ ਹੈ। ਕਹੋ ਸਤਨਾਮ। ਸਾਡੇ ਜੀਵ ਹੰਸ ਦੀ ਚੋਗ ਗੁਰਬਾਣੀ ਹੈ। ਜੇ ਗੁਰਬਾਣੀ ਮੁਤਾਬਕ ਚੱਲਦਾ ਤੇ ਸੁਖੀ ਰਹੂਗਾ, ਪਰ ਇਹ ਤਾਂ ਗੁਰਬਾਣੀ ਨੂੰ ਛੱਡ ਕੇ ਕਰੰਗੀ ਲੱਗਾ ਹੰਸ। ਕਰੰਗ ਕੀ ਹੁੰਦਾ? ਹੱਡ। ਤੇ ਜੇ ਹੰਸ ਜਾ ਕੇ ਹੱਡਾਂ ਨੂੰ ਖਾਵੇ, ਹੱਡਾਂ ਦੇ ਨਾਲ ਜੁੜੇ, ਭਾਵ ਇਹ ਜੀਵ ਆਤਮਾ, ਇਹ ਮਨੁੱਖ ਜਿਹੜਾ ਹੈ ਸੱਚ ਨੂੰ ਛੱਡ ਕੇ ਝੂਠ ਦੇ ਹੱਡਾਂ ਵਿੱਚ ਮੂੰਹ ਮਾਰਦਾ ਫਿਰਦਾ। ਕਹੋ ਸਤਨਾਮ। ਵਿਸ਼ੇ ਵਿਕਾਰਾਂ ਵਿੱਚ ਭਟਕਦਾ ਫਿਰਦਾ, ਫਿਰ ਇਸ ਨੂੰ ਕੀ ਮਿਲੇਗਾ? 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕਰਦਾ। ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ। ਇਹੋ ਜਿਹੇ ਜੀਵਨ ਦਾ ਕੋਈ ਫਾਇਦਾ ਨਹੀਂ। ਕੱਲ ਹੁਕਮਨਾਮਾ ਕਿਹੜਾ ਆਇਆ ਸੀਗਾ? ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋ। ਜੇ ਪਰਮੇਸ਼ਰ ਵਿਸਰ ਗਿਆ ਤਾਂ ਫਿਰ ਗੁਰੂ ਪਿਆਰਿਓ, ਫਿੱਟ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ, ਨਾਮ ਸੰਜੋਗੀ ਗੋਇਲ ਥਾਟ। ਜਿਸ ਤਰ੍ਹਾਂ ਗਵਾਲੇ ਆਉਂਦੇ ਆ, ਗਵਾਲਿਆਂ ਦੀ ਉਦਾਹਰਨ ਪਾਤਸ਼ਾਹ ਤੇ ਦਿੰਦੇ ਆ। ਉਹ ਗਵਾਲੇ ਜਿਹੜੇ ਹਨ ਪਸ਼ੂਆਂ ਨੂੰ ਚਾਰਦੇ ਹੋਏ ਚੱਲਦੇ ਰਹਿੰਦੇ ਆ, ਉਹ ਕਿਸੇ ਥਾਂ ਦੇ ਉੱਤੇ ਪੱਕੇ ਨਹੀਂ ਜੁੜਦੇਗੇ। ਥੋੜਾ ਸਮਾਂ ਮੀਂਹਾਂ ਦੇ ਮੌਸਮ ਵੇਲੇ ਖੜ੍ਹਦੇ ਆ ਕਿਤੇ, ਪਰ ਜਦੋਂ ਮੀਂਹਾਂ ਦਾ ਮੌਸਮ ਟੱਪ ਜਾਂਦਾ ਹੈ ਫਿਰ ਚੱਲ ਪੈਂਦੇ ਹੈ। ਇਸੇ ਤਰ੍ਹਾਂ ਇਹ ਸੰਸਾਰ ਦਾ ਜਿਹੜਾ ਖਿਆਲ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ, ਨਾਮ ਸੰਜੋਗੀ ਗੋਇਲ ਥਾਟ। ਇਹ ਸੰਸਾਰ ਚੱਲਦਾ ਰਹਿੰਦਾ, ਗਵਾਲਿਆਂ ਦੀ ਤਰ੍ਹਾਂ ਇਹ ਸੰਸਾਰ ਚੱਲਦਾ ਰਹਿੰਦਾ। ਥੋੜੇ ਸਮੇਂ ਲਈ ਬੰਦਾ ਇੱਥੇ ਰੁਕਦਾ, ਫਿਰ ਅਗਲੀ ਯਾਤਰਾ ਤੇ ਚੱਲ ਪੈਂਦਾ। ਆਪਾਂ ਮਰਨ ਤੋਂ ਬਾਅਦ ਖਤਮ ਨਹੀਂ ਹੋਏ, ਮਰਨ ਤੋਂ ਬਾਅਦ ਮੁੱਕੇ ਨਹੀਂ ਆਪਾਂ। ਮਰਨਾ ਇੱਕ ਪੜਾਅ ਹੈ ਸਾਡਾ। ਅਸੀਂ ਪਿਛਲੀਆਂ ਹਜ਼ਾਰਾਂ ਜੂਨਾਂ ਨੂੰ ਪਾਸ ਕਰਦੇ ਹੋਏ ਜੰਮਦੇ ਮਰਦੇ ਜੰਮਦੇ ਮਰਦੇ ਇਹ ਆ ਗਏ ਮਾਨਸ ਜਾਮੇ 'ਚ। ਹੁਣ ਮਾਨਸ ਜਾਮੇ ਦੇ ਪੜਾਅ 'ਤੇ ਖੜੇ ਆ, ਇੱਥੇ ਮੰਜ਼ਿਲ ਨਹੀਂ ਆ ਸਾਡੀ। ਜਦ ਮੌਤ ਹੋ ਗਈ, ਜਿਹਨੂੰ ਅਸੀਂ ਮੌਤ ਕਹਿੰਦੇ ਆ, ਇਹ ਜੀਵ ਇਹ ਸਰੀਰ ਨੂੰ ਛੱਡ ਕੇ, ਇਹ ਪੜਾਅ ਛੱਡ ਕੇ ਅਗਲੇ ਪੜਾਅ ਵੱਲ ਚੱਲ ਪੈਂਦਾ ਹੈ। ਹੁਣ ਇਹਦੇ ਹੱਥ ਵਿੱਚ ਹੈ 84 ਲੱਖ ਡੰਡਿਆਂ ਦੀ ਪੌੜੀ ਦੇ ਆਖਰੇ ਡੰਡੇ ਤੇ ਖੜਾ ਹੈ। ਹੁਣ ਜੇ ਆਖਰੀ ਡੰਡੇ ਤੋਂ ਚਾਹੇ ਤੇ ਪਰਮੇਸ਼ਰ ਦੇ ਵਿੱਚ ਵੀ ਮਿਲ ਸਕਦਾ ਹੈ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬੜਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਰੇ ਦੇ ਵਸੇ। ਤੇ ਜੇ ਇਸ ਆਖਰੀ ਡੰਡੇ ਤੋਂ ਡਿੱਗ ਪਿਆ, ਨਾ ਗੌਰ ਕੀਤੀ, ਫਿਰ ਕਿੱਥੇ ਡਿੱਗੂ? ਡੰਡਿਆਂ ਵਾਲੀ ਪੌੜੀ ਤੋਂ ਜਿੱਥੋਂ ਚੱਲਿਆ ਸੀ। ਕਹੋ ਸਤਨਾਮ ਸ੍ਰੀ। ਪੌੜੀ ਛੁੜਕੀ ਹਾਥ ਨ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੀ, ਉਹੀ ਮਨ ਵਿੱਚ ਫੁਰਨਾ। ਦਵੈਤ ਦਾ ਭਾਉ ਆ ਜਿਹੜਾ, ਦਵੈਤ ਦਾ ਫੁਰਨਾ, ਇਹ ਤੈਨੂੰ ਪਰਮੇਸ਼ਰ ਵਿੱਚ ਨਹੀਂ ਮਿਲਣ ਦੇਵੇਗਾ।
फिर 84 ਲੱਖ ਜੂਨਾਂ ਦੇ ਡੰਡਿਆਂ ਦੀ ਪੌੜੀ ਤੇ ਫਿਰ ਚੜ੍ਹਨਾ ਪਵੇਗਾ, ਜਿਵੇਂ ਉਹ ਕੀੜਾ ਕੰਧ ਤੇ ਚੜ੍ਹਦਾ ਸੀ। ਕਹੋ ਸਤਨਾਮ। ਫਿਰ ਟੇਢੀਆਂ ਜੂਨਾਂ 'ਚ ਭੜਕਣਾ ਪਵੇਗਾ, ਸੰਭਲ ਜਾ। ਇसी ਪਵਿੱਤਰ ਸ਼ਬਦ ਦੇ ਵਿਚਾਰ, ਰਹਿੰਦੇ ਅੱਧੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਆਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ।